ਐਜੂਕੇਸ਼ਨ ਜਿਹੜੀ ਹੈ ਨਾ ਇੰਡੀਆ ਦੀ ਜਾਂ ਪੰਜਾਬ ਦੀ ਐਜੂਕੇਸ਼ਨ ਟੌਪ ਦੀ ਹੈ। ਜਿਹੜੇ ਵੀ ਲੋਕੀ ਆ ਕੇ ਉਹਨਾਂ ਨੂੰ ਭੰਡਦੇ ਨੇ ਉਹਨਾਂ ਨੂੰ ਸਮਝ ਨਹੀਂ ਹੈਗੀ ਵੀ ਅਸੀਂ ਚੰਗੀ ਐਜੂਕੇਸ਼ਨ ਦਿੰਦੇ ਹਾਂ। ਇੱਥੇ ਇੱਕ ਬੜੀ ਭੈੜੀ ਆਦਤ ਹੈ ਵੀ ਜਿਹੜੇ ਨਵੇਂ ਡਾਕਟਰ ਆਉਂਦੇ ਨੇ ਉਹਨਾਂ ਨੂੰ ਪੁਰਾਣੇ ਡਾਕਟਰ ਬੜੇ ਯੂਜ਼ ਕਰਦੇ ਨੇ। ਅੱਛਾ, ਉਹਨਾਂ ਕਿਹਾ ਵੀ ਤੈਨੂੰ ਇੰਨੀ ਤਨਖਾਹ ਹੀ ਦੇਣੀ ਹੈ। ਮੈਂ ਕਿਹਾ ਵੀ ਇੰਨੀ ਤਾਂ ਗੱਲ ਨਹੀਂ ਬਣਨੀ। ਕਿ ਤੁਹਾਡੇ ਤੋਂ ਪਹਿਲਾਂ ਪੂਰੀ ਕੈਨੇਡਾ ਦੇ ਵਿੱਚ ਕੋਈ ਪੰਜਾਬੀ MLA ਸੀ? ਮੈਂ ਇੰਡੀਅਨ ਬੋਰਨ ਪਹਿਲਾ MLA ਪਹਿਲੇ। ਇਸ ਤੋਂ ਇੱਥੇ BC ਦੇ ਵਿੱਚ ਮੋਸਟ MLA ਸੀ ਇੱਥੋਂ ਦਾ ਬੋਰਨ ਹੈ ਸਾਰਾ ਕੁਝ। ਉਹਨਾਂ ਨੂੰ ਤੇ ਬਾਅਦ 'ਚ ਹੀ ਪਤਾ ਲੱਗਾ ਵੀ ਇਹ ਵੀ ਇੰਪੋਰਟੈਂਟ ਚੀਜ਼ ਹੈ ਵੀ ਇੱਕ ਮਿੰਟ। ਉਸ ਟਾਈਮ ਦੇ ਵਿੱਚ ਇੰਨੀ ਮੁਸ਼ਕਲ ਆ ਗਈ ਕਿ ਇੱਕ ਟਾਈਮ ਇਹ ਆ ਗਿਆ ਕਿ ਸਾਡੇ ਲੋਕ ਡੈਮੋਨਸਟ੍ਰੇਸ਼ਨ ਕਰਨਾ ਚਾਹੁੰਦੇ ਸੀ। ਅੱਛਾ, ਲੈਜਿਸਲੇਟਿਵ ਅਸੈਂਬਲੀ 'ਚ ਵੀ ਅਸੀਂ ਦੱਸਣਾ ਵੀ ਸਾਨੂੰ ਪ੍ਰੋਬਲਮ ਹੈ। ਤੇ ਇਹ ਨਹੀਂ ਵੀ ਕਿਸੇ ਮੁਲਕ ਦੇ ਬਰਖਲਾਫ, ਕਿਸੇ ਧਰਮ ਦੇ ਬਰਖਲਾਫ ਜਾਂ ਕਿਸੇ ਵਰਗ ਦੇ ਬਰਖਲਾਫ, ਸਿੰਪਲੀ ਵੀ ਆਹ ਇਸ਼ੂ ਹੈਗਾ। ਅਸੀਂ ਆਹ ਲੋਕ ਹਾਂ, ਅਸੀਂ ਤੁਹਾਡੇ ਵਰਗੇ ਹੀ ਹਾਂ, ਐਜੂਕੇਟਡ ਹਾਂ, ਸਾਰਾ ਕੁਝ ਠੀਕ ਹੈ। ਐਕਚੁਅਲੀ 4:30 ਵਜੇ ਮੈਂ ਪ੍ਰੈਕਟਿਸ ਕਰਦਾ ਪਿਆ ਸੀ। ਉਹ ਮੈਨੂੰ ਸਪੀਚ ਦੇਣ ਲਈ ਇੱਕ ਉਹਨਾਂ ਨੇ ਪਾਰਟੀ ਨੇ ਬੰਦਾ ਭੇਜਿਆ ਵੀ ਸਲਿੱਪ 'ਤੇ ਲਿਖ ਕੇ ਵੀ ਆ ਤੂੰ ਬੋਲਣਾ। ਅੱਛਾ ਜੀ। ਤੇ ਮੈਂ ਘਰ ਆ ਕੇ ਦੱਸਿਆ ਹਰਿੰਦਰ ਨੂੰ ਵੀ ਬੋਲਣਾ। ਉਹ ਕਹਿੰਦੇ ਵੀ ਇਹਦੇ 'ਤੇ ਸਟ੍ਰਿਕ ਕਰਿਓ ਵੀ ਇੱਧਰ ਉੱਧਰ ਜਾਣ ਦੀ ਜ਼ਰੂਰਤ ਕੋਈ ਨਹੀਂ। ਮੈਂ ਕਿਹਾ ਵੀ ਮੈਂ ਕੋਈ ਨਹੀਂ, ਥੋੜ੍ਹੀ ਬਹੁਤੀ ਗੱਲ ਤਾਂ ਮੈਂ ਕਰ ਹੀ ਸਕਦਾ। ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਸਪੀਚ ਕੀਤੀ। ਸਾਂਝਾ TV ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਖਾਸ ਮੁਲਾਕਾਤ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਪੰਜਾਬੀ ਜਿੱਥੇ ਜਾਂਦੇ ਹੈ ਆਪਣੀ ਮਿਹਨਤ ਨਾਲ, ਮੁਸ਼ੱਕਤ ਨਾਲ, ਤਰੱਕੀ ਨਾਲ, ਨੇਕ ਨੀਅਤ ਦੇ ਨਾਲ ਝੰਡੇ ਝੂਲਣ ਲਾ ਦਿੰਦੇ ਹੈ। ਤੇ ਅੱਜ ਜਿਸ ਮਕਸਦ ਨੂੰ ਲੈ ਕੇ ਮੈਂ ਤੁਹਾਡੇ ਰੂਬਰੂ ਜਿਸ ਸ਼ਖਸੀਅਤ ਨੂੰ ਕਰਨ ਜਾ ਰਿਹਾ ਹਾਂ, ਸੱਚਮੁੱਚ ਇਤਿਹਾਸ ਸਿਰਜਿਆ ਉਹਨਾਂ ਨੇ। ਸਾਡੇ ਵਿੱਚੋਂ ਕੁਝ ਲੋਕ ਉਹ ਨੇ ਜਿਹੜੇ ਕੁਝ ਪੜ੍ਹਦੇ ਹੀ ਨਹੀਂ, ਕੁਝ ਲੋਕ ਉਹ ਨੇ ਜਿਹੜੇ ਸਿਰਫ ਇਤਿਹਾਸ ਪੜ੍ਹਦੇ ਹੈ, ਪਰ ਉਹ ਬਹੁਤ ਘੱਟ ਲੋਕ ਨੇ ਜਿਹੜੇ ਇਤਿਹਾਸ ਸਿਰਜਦੇ ਹੈ। ਅੱਜ ਜਿਨ੍ਹਾਂ ਨੇ ਇਤਿਹਾਸ ਸਿਰਜਿਆ ਹੈ, ਤੁਹਾਡੀ ਜਾਣੀ ਪਹਿਚਾਣੀ ਸ਼ਖਸੀਅਤ ਨੇ ਡਾਕਟਰ ਗੁਲਜ਼ਾਰ ਚੀਮਾ ਸਾਹਿਬ। ਅੱਜ ਆਓ ਬੜੇ ਮਾਣ ਦੇ ਨਾਲ, ਅੱਗੇ ਵੀ ਪ੍ਰੋਗਰਾਮ 'ਚ ਆਉਂਦੇ ਰਹਿੰਦੇ ਆ, ਪਰ ਅੱਜ ਉਹਨਾਂ ਨੇ ਜਿਹੜਾ ਇਤਿਹਾਸ ਸਿਰਜਿਆ ਸੀ ਉਸ ਦੇ ਮੁਤਲਕ, ਉਸ ਦੇ ਮੱਦੇ-ਨਜ਼ਰ ਗੱਲਬਾਤ ਕਰਨੀ ਹੈ। ਡਾਕਟਰ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਵਾਗਤ। ਹਾਂਜੀ, ਥੈਂਕ ਯੂ ਸੋ ਮਚ ਦਵਿੰਦਰ, ਵੈਰੀ ਹੈਪੀ ਟੂ ਬੀ ਹੇਅਰ। ਦੇਖੋ, ਤੁਹਾਡੇ ਨਾਲ ਗੱਲ ਕਰਨ ਦੇ ਨਾਲ ਮਜ਼ਾ ਆ ਜਾਂਦਾ। ਜਿਸ ਤਰ੍ਹਾਂ ਪਹਿਲਾਂ ਵੀ ਮੈਂ ਕਿਹਾ ਵੀ ਜਦੋਂ ਦਾ ਮੈਂ ਪ੍ਰੋਗਰਾਮ ਕਰਨਾ, ਮੇਰੀ ਵੀ ਜਿਹੜੀ ਬੋਲੀ ਥੋੜ੍ਹੀ ਜਿਹੀ ਬਦਲਦੀ ਪਈ, ਚੰਗੀ ਹੋ ਰਹੀ ਹੈ, ਬੈਟਰ ਪੰਜਾਬੀ ਹੋ ਰਹੀ ਹੈ, ਅਤੇ ਮੈਂ ਸਿੱਖਦਾ ਵੀ ਮੈਂ ਹੋਰ ਬੈਟਰ ਹੋ ਜਾ। ਥੈਂਕ ਯੂ ਜੀ। ਪਰ ਤੁਹਾਨੂੰ ਸਭ ਤੋਂ ਪਹਿਲਾਂ ਮੁਬਾਰਕਾਂ। ਜਿਸ ਤਰ੍ਹਾਂ ਮੈਂ ਆਖਿਆ ਸੀ ਕਿ ਲੋਕ ਇਤਿਹਾਸ ਪੜ੍ਹਦੇ ਆ, ਪਰ ਤੁਸੀਂ ਇਤਿਹਾਸ ਸਿਰਜਿਆ। ਸਾਡੇ ਵੱਲੋਂ, ਸਮੁੱਚੀ ਟੀਮ ਵੱਲੋਂ ਮੁਬਾਰਕਾਂ ਜੀ। ਧੰਨਵਾਦ ਸਾਰਿਆਂ ਦਾ। ਮੈਂ ਕਿਉਂਕਿ ਮੈਂ ਗੱਲ ਕਰਨੀ ਚਾਹੁੰਦਾ ਅੱਜ। ਔਰ ਉਹਦੇ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਇਤਿਹਾਸ ਸਿਰਜਿਆ ਕਿਵੇਂ। ਕੈਨੇਡਾ ਦੇ ਵਿੱਚ ਵੀ ਤੇ ਦੁਨੀਆ ਭਰ 'ਚ ਜਿੱਥੇ ਜਿੱਥੇ ਵੀ ਪੰਜਾਬੀ ਜਾਂਦੇ ਹੈ, ਰਾਜਨੀਤੀ ਸਾਡੇ ਦਰਅਸਲ ਖੂਨ 'ਚ ਹੈ ਜੀ। ਬਹੁਤ ਸਾਰੇ ਲੋਕ ਉਸ ਪਾਸੇ ਵੱਧਦੇ ਆ ਪਰ ਕਾਮਯਾਬ ਨਹੀਂ ਹੁੰਦੇ। ਸਭ ਤੋਂ ਪਹਿਲੇ ਵਿਧਾਇਕ ਤੁਸੀਂ ਬਣੇ ਮੈਨੀਟੋਬਾ 'ਚ, ਬਹੁਤ ਵੱਡਾ ਇਤਿਹਾਸਕ ਦਿਨ ਸੀ। ਸਭ ਤੋਂ ਪਹਿਲਾਂ ਮੈਨੂੰ ਇਹ ਦੱਸਿਓ ਕਿ ਇਹ ਸਬੱਬ ਕਿਵੇਂ ਬਣਿਆ ਸੀ ਜੀ ਉੱਥੇ ਚੋਣਾਂ 'ਚ ਲੜਨ? ਦੇਖੋ, ਇਹ ਜਿਹੜੀ ਗੱਲ ਹੈ ਨਾ, ਇਹ ਸਾਨੂੰ, ਤੁਸੀਂ ਸਾਰੇ, ਬਾਕੀ ਵੀ ਪ੍ਰੋਗਰਾਮ ਦੇਖਣ ਵਾਲੇ ਸਾਰੇ, ਅਸੀਂ ਇਸ ਮੁਲਕ ਦੇ ਵਿੱਚ 3-4 ਹਿੱਸਿਆਂ 'ਚ ਆਏ ਹਾਂ। ਪਹਿਲਾਂ ਕੁਝ ਲੋਕ ਅਰਲੀ ਪਾਰਟ ਆਫ ਦੀ ਸੈਂਚੁਰੀ 'ਚ ਆਏ ਸੀ, 100 ਸਾਲ ਪਹਿਲਾਂ, ਕੋਈ 70 ਸਾਲ, ਫਿਰ 60 ਸਾਲ, ਕੋਈ 50 ਸਾਲ। ਜਿਹੜਾ ਇੱਕ ਦੌਰ ਸੀ ਨਾ 80s ਦਾ, ਉਸ ਸਮੇਂ ਦੇ ਵਿੱਚ ਅਸੀਂ ਸਾਰੇ ਲੋਕ ਆਏ ਸੀ। ਉਹਦੇ ਅਸੀਂ ਕੋਈ ਜੰਗਲ 'ਚੋਂ ਆਏ ਨਹੀਂ ਸੀ ਜੀ, ਅਤੇ ਨਾ ਹੀ ਕੋਈ ਉੱਥੇ ਜਾ ਕੇ ਵੀ ਕੋਈ ਸੱਪਾਂ ਦੀ ਕੰਟਰੀ ਤੋਂ ਆਏ ਸੀ। ਚੰਗੇ ਭਲੇ ਲੋਕ ਪੜ੍ਹੇ ਸੀ, ਆਪਣੇ ਕਾਲਜਿਸ ਕੇ, ਆਪਣੀਆਂ ਮੈਡੀਸਨਸ ਕੀਤੀਆਂ, ਪ੍ਰੋਫੈਸਰ ਸਨ, ਲਾਇਰ ਸਨ, ਟੀਚਰ ਸਨ। ਉਹਨਾਂ ਨੂੰ ਜਿਸ ਤਰ੍ਹਾਂ ਸਾਡੀ ਕਮਿਊਨਿਟੀ ਵਿੱਚ ਇੱਕ ਹੈਗੀ ਹੈ ਕਿ ਕਸ਼ਿਸ਼ ਕਿ ਵੀ ਅਸੀਂ ਜਾ ਕੇ ਕੁਛ ਕਰਨਾ, ਉਹ ਜਿਹੜੇ ਲੋਕ ਸੀ ਉਹ ਫਿਰ ਉੱਥੋਂ ਉਹਨਾਂ ਨੂੰ ਕੈਨੇਡਾ ਦਾ ਸ਼ੌਕ ਪੈ ਗਿਆ। ਕੋਈ USA ਚਲੇ ਗਏ, ਕੋਈ UK 'ਚ, ਮੋਸਟਲੀ ਪਹਿਲਾਂ UK ਵਿੱਚ ਜਾਂਦੇ ਸੀ ਲੋਕ, ਪਰ ਕੈਨੇਡਾ ਵਿੱਚ ਤਾਂ ਬਹੁਤ ਘੱਟ ਆਉਂਦੇ ਸੀ ਜਿਹੜੇ ਲੋਕ ਪਹਿਲਾਂ ਆਏ ਸੀ। ਸੋ ਉਸ ਟਾਈਮ ਦੇ ਵਿੱਚ ਜਿਹੜਾ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ, ਮੇਰੀ ਮੰਗਣੀ ਹੋਈ। ਅਤੇ 1778 ਦੇ ਵਿੱਚ ਫੈਮਲੀਜ਼ ਜਾਂਦੀਆਂ ਸੀ ਇੱਕ ਦੂਜੇ ਨੂੰ ਪਾਕਿਸਤਾਨ ਤੋਂ। ਮੇਰੇ ਦਾਦਾ ਜੀ ਅਤੇ ਹਰਿੰਦਰ ਦੇ ਗ੍ਰੈਂਡ ਪੇਰੈਂਟਸ। ਫਿਰ ਤੁਹਾਡੇ ਨਾਲੋਂ ਵੱਧ ਮਿਸਿਸ ਚੀਮਾ ਨੂੰ ਇਹ ਵਧਾਈਆਂ ਜਾਂਦੀਆਂ ਜੀ? ਐਬਸੋਲੂਟਲੀ। ਉਹ ਪਹਿਲਾਂ ਆਏ ਸੀ, ਉਹ 5 ਸਾਲ ਦੀ ਉਮਰ 'ਚ ਆ ਗਏ। ਪਹਿਲਾਂ ਸਕਾਟਲੈਂਡ ਆਏ, ਸਕਾਟਲੈਂਡ ਤੋਂ ਸਸਕੈਚੁਆਨ ਦੇ ਵਿੱਚ, ਫਿਰ
ਸੋ ਮੇਰਾ ਜਿਹੜਾ ਉਹਨਾਂ ਕਰਕੇ ਮੇਰਾ ਇੱਥੇ ਮੌਕਾ ਮਿਲਿਆ ਜੀ ਸੋ ਮੈਂ ਆ ਕੇ ਇੱਥੇ ਤੇ ਆਪਣੀ ਪੜ੍ਹਾਈ ਵਗੈਰਾ ਕੀਤੀ ਜੋ ਵੀ ਸੀ। ਐਗਜ਼ਾਮ ਬੜੇ ਸੌਖੇ ਸੀ, ਮੈਂ ਦੱਸਣਾ ਮੈਂ ਤੇ ਬੜੇ ਚੰਗੇ ਦਿਆਨੰਦ ਮੈਡੀਕਲ ਕਾਲਜ 'ਚੋਂ ਪੜ੍ਹਿਆ ਸੀ ਲੁਧਿਆਣੇ ਤੋਂ। ਇੰਨੀ ਪੜ੍ਹਾਈ ਉੱਥੇ ਕਰਾਉਂਦੇ ਨੇ ਬਿਲਕੁਲ ਤੁਹਾਡਾ ਬਿਲਕੁਲ ਹੀ ਤੁਹਾਨੂੰ ਉਧੇੜ ਹੀ ਦਿੰਦੇ ਨੇ, ਮੈਚ ਕੱਢ ਦਿੰਦੇ ਆ। ਉਹ ਫਿਰ ਇਹ ਗੱਲ ਹੁੰਦੀ ਵੀ ਜਦੋਂ ਮੈਂ ਇੱਥੇ ਆਇਆ ਇਮਤਿਹਾਨ ਮੈਂ ਲਿਖਿਆ ਜਨਵਰੀ 1980 ਦੇ ਵਿੱਚ, ਮੈਂ ਦੱਸਣਾ ਛੋਟੀ ਜਿਹੀ ਗੱਲ ਫਿਰ ਮੈਂ ਕਰਦਾ। ਉਹਦੇ ਵਿੱਚ ਉਹ ਐਗਜ਼ਾਮ ਮੈਂ ਦੇਣ ਗਿਆ ਤੇ 2-3 ਘੰਟਿਆਂ 'ਚ ਮੈਂ ਗਿਆ ਐਗਜ਼ਾਮ ਤੇ ਵੀ ਮੈਂ ਖਤਮ ਕਰਤਾ। ਉਹ ਕਹਿੰਦੇ ਵੀ ਇਹ ਮੈਂ ਕਿਹਾ ਐਗਜ਼ਾਮ ਦੀ ਤੇ ਨਾ ਗਲਤੀ ਕਰ ਲਈ, ਪਤਾ ਨਹੀਂ ਸੈਕੰਡ ਈਅਰ 3rd ਈਅਰ ਦਾ ਫੜਾਤਾ। ਇਹ ਹਾਲ ਸੀ। ਐਜੂਕੇਸ਼ਨ ਜਿਹੜੀ ਹੈ ਨਾ ਇੰਡੀਆ ਦੀ ਜਾਂ ਪੰਜਾਬ ਦੀ ਐਜੂਕੇਸ਼ਨ ਟੌਪ ਦੀ ਹੈ। ਜਿਹੜੇ ਵੀ ਲੋਕੀ ਆ ਕੇ ਉਹਨਾਂ ਨੂੰ ਭੰਡਦੇ ਨੇ ਉਹਨਾਂ ਨੂੰ ਸਮਝ ਨਹੀਂ ਹੈਗੀ ਵੀ ਅਸੀਂ ਚੰਗੀ ਐਜੂਕੇਸ਼ਨ ਦਿੰਦੇ ਹਾਂ। ਉਹ ਸੋ ਫਿਰ ਉਹਦੇ ਵਿੱਚੋਂ ਫਿਰ ਮੈਂ ਆਪਣੀ ਇੰਟਰਨਸ਼ਿਪ ਕੀਤੀ ਨਿਊਫਾਊਂਡਲੈਂਡ ਤੇ ਆਪਣਾ ਫਿਰ ਉਸ ਤੋਂ ਬਾਅਦ ਮੈਂ ਆ ਕੇ ਸਸਕੈਚੁਆਨ ਦੇ ਵਿੱਚ ਮੈਂ ਰੈਜ਼ੀਡੈਂਸੀ ਪਹਿਲਾਂ ਫਸਟ ਈਅਰ ਮੈਂ ਜੁਆਇਨ ਕਰ ਲਈ ਤੇ ਬੱਚਿਆਂ ਦੀ ਸਪੈਸ਼ਲਾਈਜੇਸ਼ਨ ਕਰਨੀ ਚਾਹੁੰਦਾ ਸੀ। ਪਰ ਫਿਰ ਮੈਂ ਕਿਹਾ ਵੀ ਮੇਰਾ ਦਿਲ ਜਿਹਾ ਨਹੀਂ ਲੱਗਾ, ਮੈਂ ਕਿਹਾ ਵੀ ਪ੍ਰੈਕਟਿਸ ਕਰਨਾ ਮੈਂ। ਫਿਰ ਮੈਂ ਮੈਨੀਟੋਬਾ 'ਚ ਪ੍ਰੈਕਟਿਸ ਸ਼ੁਰੂ ਕੀਤੀ ਫੈਮਿਲੀ ਫਿਜ਼ੀਸ਼ੀਅਨ ਦੇ ਤੌਰ ਤੇ। ਫਿਰ ਮੈਂ ਫੈਮਿਲੀ ਮੈਡੀਸਨ ਦੀ ਉੱਥੇ ਆਪਣਾ ਪਾਈਨਫਾਲ ਪਾਵਰ ਰਿਊ ਇੱਕ ਟਾਊਨ ਹੈ ਵਿਨੀਪੈਗ ਤੋਂ ਕੁਝ 100 ਕਿਲੋਮੀਟਰ ਤੇ ਉੱਥੇ ਮੈਂ ਪ੍ਰੈਕਟਿਸ ਕੀਤੀ। 4 ਡਾਕਟਰ ਸੀ, ਉਹਨਾਂ ਦੇ ਨਾਲ ਮੈਂ ਚਲਾ ਗਿਆ ਮੈਂ ਉਹਨਾਂ ਦਾ ਕੰਮ ਸਾਰਿਆਂ ਦਾ ਸਾਂਭ ਲਿਆ। ਫਿਰ ਮੈਂ ਕਰਦਿਆਂ ਫਿਰ ਮੈਂ ਕਿਹਾ ਵੀ ਰੋਜ਼ ਵਿਨੀਪੈਗ ਭੱਜਣਾ ਪੈਂਦਾ, ਆਪਾਂ ਵਿਨੀਪੈਗ ਹੀ ਮੂਵ ਹੋਈਏ। ਕਿੰਨੀ ਕਿਤੇ ਰਹਿ ਜੀ ਉੱਥੇ ਫਿਰ? ਸਾਲ ਦੇ ਵਿੱਚ ਉਹਨਾਂ ਨੇ ਨਾ ਮੇਰੇ ਤੋਂ ਬਿਲਕੁਲ ਹੀ ਜੋ ਉਹਨਾਂ ਕਮਾਣਾ ਜੀ ਕਮਾ ਲਿਆ। ਇੱਥੇ ਇੱਕ ਬੜੀ ਭੈੜੀ ਆਦਤ ਹੈ, ਜਿਹੜੇ ਨਵੇਂ ਡਾਕਟਰ ਆਉਂਦੇ ਨੇ ਉਹਨਾਂ ਨੂੰ ਪੁਰਾਣੇ ਡਾਕਟਰ ਬੜੇ ਯੂਜ਼ ਕਰਦੇ। ਉਹਨਾਂ ਕਿਹਾ ਵੀ ਤੈਨੂੰ ਇੰਨੀ ਤਨਖਾਹ ਹੀ ਦੇਣੀ ਹੈ। ਮੈਂ ਕਿਹਾ ਵੀ ਇੰਨੀ ਤਾਂ ਗੱਲ ਨਹੀਂ ਬਣਨੀ। ਸੋ ਐਨੀਵੇ ਸੋ ਮੈਂ ਆ ਕੇ ਉੱਥੇ ਪ੍ਰੈਕਟਿਸ ਸ਼ੁਰੂ ਕਰ ਲਈ। ਉੱਥੇ ਮੇਰੇ ਇਨਲਾਜ਼ ਦੀ ਫੈਮਿਲੀ ਸੀ ਬੜੀ ਤਗੜੀ, ਵੱਡੇ ਸਨ, ਵੱਡੀ ਫੈਮਿਲੀ ਸੀ, ਸਪੋਰਟ ਸਿਸਟਮ ਮੇਰਾ ਬੜਾ ਸੀ। ਸੋ ਮੇਰੀ ਉੱਥੇ ਪ੍ਰੈਕਟਿਸ ਐਸਟੈਬਲਿਸ਼ ਹੋ ਗਈ। ਮੈਂ 7 ਓਕਸ ਹਸਪੀਟਲ ਕੰਮ ਕਰਦਾ ਸੀ। ਉੱਥੇ ਮੇਰੀ ਮੈਕਫਿਲਿਪਸ ਐਵੀਨਿਊ ਤੇ ਮੇਰੀ ਪ੍ਰੈਕਟਿਸ ਸੀ ਤੇ ਮੈਂ ਜਿਹੜਾ ਏਰੀਆ ਕਿਲਡੋਨ ਦਾ ਉੱਥੇ ਮੈਂ ਕੰਮ ਕਰਦਾ ਸੀ। ਉਹ ਫਿਰ 84 ਦਾ ਦੌਰ ਸੀ। ਮੈਂ ਤੁਹਾਨੂੰ ਦੱਸਣੀ ਚਾਹੁੰਦਾ ਗੱਲ, ਸਾਰਿਆਂ ਨੂੰ ਮੈਂ ਸਾਂਝੀ ਕਰਨਾ ਵੀ ਗੱਲ ਕਿਉਂ ਹੋਈ। ਹਸਪੀਟਲ 'ਚ ਮੈਂ ਕੰਮ ਕਰਨਾ, ਆਪਣੇ ਲੋਕ ਜਿਹੜੇ ਸਾਰੇ ਮੋਸਟਲੀ ਉੱਥੇ ਆਈਦਰ CN ਜਾਂ CP 'ਚ ਕੰਮ ਕਰਦੇ ਸੀ ਜਾਂ ਉਹ ਟੈਕਸੀ ਇੰਡਸਟਰੀ ਵਿੱਚ ਸਨ। ਉੱਥੇ ਕੋਈ ਫਾਰਮਿੰਗ ਤੇ ਬਹੁਤ ਘੱਟ ਫਾਰਮਰ ਨੇ ਬਾਹਰ ਸ਼ਹਿਰ ਦੇ, ਜ਼ਿਆਦਾ ਨਹੀਂ ਸੀ। ਸੋ ਉਸ ਸਮੇਂ ਦੇ ਵਿੱਚ 84 ਦੇ ਵਿੱਚ ਜਿਹੜਾ ਸੀ ਨਾ ਬੜਾ ਇੱਕ ਕਿਸਮ ਦਾ ਨਾ, ਇੱਕ ਤਾਂ ਸਾਨੂੰ ਉੱਥੇ ਸਾਡੇ ਤੇ ਨੁਕਸਾਨ ਹੋਇਆ, ਸਾਡੇ ਧਰਮ ਸਥਾਨ ਤੇ ਹਮਲਾ ਹੋਇਆ, ਸਾਡੇ ਧਰਮ ਸਥਾਨ ਨੂੰ ਉਹਨਾਂ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਸਾਡਾ ਡਿਮੋਰਲਾਈਜ਼ ਕਰਤਾ, ਜੋ ਵੀ ਕਾਰਨ ਸੀ। ਤੇ ਪਰ ਕਦੀ ਇਹ ਹੋਣਾ ਨਹੀਂ ਸੀ ਚਾਹੀਦਾ, ਹੋਇਆ। ਉਹ ਲੋਕਾਂ ਨੂੰ ਬੜੀਆਂ ਭਾਵਨਾਵਾਂ ਬੜੀਆਂ ਸਟਰੋਂਗ ਸੀ, ਹੋਣੀਆਂ ਵੀ ਚਾਹੀਦੀਆਂ ਜੀ। ਉਸ ਭਾਵਨਾ ਸਟਰੋਂਗ ਦੇ ਵਿੱਚ ਇਹ ਹੋਇਆ ਕਿ ਜਿਹੜੇ ਮੇਨ ਸਟਰੀਮ ਦੇ ਲੋਕ ਨੇ ਨਾ, ਸਮਹਾਉ ਜਿਹੜੀ ਇੱਥੇ ਇਨਫੋਰਮੇਸ਼ਨ ਪਹੁੰਚਦੀ ਸੀ ਨਾ ਬੜੀ ਗਲਤ ਸੀ। ਇੱਕ ਤੇ ਉੱਥੋਂ ਅਸੀਂ ਮਾਰ ਖਾਧੀ ਸਾਡੇ ਲੋਕਾਂ ਨੇ, ਤੇ ਇੱਕ ਇੱਥੇ ਆ ਕੇ ਕਹਿਣਾ ਵੀ ਇਹ ਕੌਣ ਨੇ, ਤੇ ਜੰਗਲੀ ਨੇ, ਇਹ ਤੇ ਵਾਇਲੈਂਟ ਨੇ। ਇਹਨਾਂ ਲੋਕਾਂ ਨੂੰ ਇਹਨਾਂ ਨੇ ਸਾਨੂੰ ਚੰਗੀ ਤਰ੍ਹਾਂ ਸਮਝਦੇ ਨਹੀਂ ਸੀ। ਸੋ ਉੱਥੇ ਕੰਮ ਕਰਦਿਆਂ ਅਸੀਂ ਸਾਡੇ ਲੋਕ ਥੋੜ੍ਹਾ ਬਹੁਤਾ ਪੋਲੀਟੀਕਲ ਪਾਰਟੀਆਂ 'ਚ ਇਨਵੋਲਵ ਸੀ, ਸਿਰਫ ਪੈਸੇ ਦੇਣ ਜੋਗੇ ਸੀ ਤੇ ਜਾਂ ਫਿਰ ਉਹਨਾਂ ਦੇ ਬਰੋਸ਼ਰ ਬਣਨੇ ਜਾਂ ਸਾਇੰਸ ਨੂੰ ਲਾਣੇ। ਉਹ ਜਿਹੜਾ ਸਾਡਾ ਉਸ ਏਰੀਆ ਜਿੱਥੇ ਮੈਂ ਕੰਮ ਕਰਦਾ ਸੀ, ਕਿਉਂਕਿ ਮੇਰੇ ਕੋਲ ਤਾਂ ਹਰ ਤਰ੍ਹਾਂ ਦੇ ਲੋਕ ਆਉਂਦੇ ਸੀ, ਡੋਨੇਸ਼ਨ ਆਏ ਨਹੀਂ, ਮੈਂ ਸਾਰੀ ਪਾਰਟੀਆਂ ਨੂੰ ਫੜਾਉਂਦਾ ਸੀ। ਮੈਨੂੰ ਇਹ ਵੀ ਨਹੀਂ ਸੀ ਸਮਝ ਵੀ ਮੈਂ ਕਰਨਾ ਕਿਵੇਂ ਆ। ਕੰਮ ਕਰਦਿਆਂ ਕਿਸੇ ਨੇ ਆਉਣਾ, ਵੀ ਵਿਲ ਹੈਲਪ ਦੈਮ। ਸੋ ਉਸ ਟਾਈਮ ਦੇ ਵਿੱਚ ਇੰਨੀ ਮੁਸ਼ਕਿਲ ਆ ਗਈ ਕਿ ਇੱਕ ਟਾਈਮ ਇਹ ਆ ਗਿਆ ਕਿ ਸਾਡੇ ਲੋਕ ਡੈਮੋਨਸਟ੍ਰੇਸ਼ਨ ਕਰਨਾ ਚਾਹੁੰਦੇ ਸੀ ਲੈਜਿਸਲੇਟਿਵ ਅਸੈਂਬਲੀ 'ਚ, ਵੀ ਅਸੀਂ ਦੱਸਣਾ ਵੀ ਸਾਨੂੰ ਪ੍ਰੋਬਲਮ ਹੈ। ਤੇ ਇਹ ਨਹੀਂ ਵੀ ਕਿਸੇ ਮੁਲਕ ਦੇ ਬਰਖਲਾਫ, ਕਿਸੇ ਧਰਮ ਦੇ ਬਰਖਲਾਫ ਜਾਂ ਕਿਸੇ ਵਰਗ ਦੇ ਬਰਖਲਾਫ, ਸਿੰਪਲੀ ਵੀ ਆਹ ਇਸ਼ੂ ਹੈਗਾ, ਅਸੀਂ ਆਹ ਲੋਕ ਹਾਂ, ਅਸੀਂ ਤੁਹਾਡੇ ਵਰਗੇ ਹੀ ਹਾਂ, ਐਜੂਕੇਟਡ ਹਾਂ, ਸਾਰਾ ਕੁਝ ਠੀਕ ਹੈ। ਇਹ ਨਹੀਂ ਵੀ ਮੈਂ ਟੈਕਸੀ ਚਲਾ ਰਿਹਾ ਕੋਈ ਬੰਦਾ ਵੀ ਮੈਂ ਤੁਹਾਡੇ ਨਾਲ ਘੱਟ ਹਾਂ, ਮਜਬੂਰੀ ਦਾ ਨਾਂ ਤੁਹਾਨੂੰ ਪਤਾ ਵੀ ਇਹ ਬੜਾ ਮੁਸ਼ਕਿਲ ਹੁੰਦਾ। ਸੋ ਉਸ ਸਮੇਂ ਦੇ ਵਿੱਚ ਜਿਹੜਾ ਨਾ ਸਾਰਿਆਂ ਨੇ, ਅਸੀਂ ਉੱਥੇ ਡੈਮੋਨਸਟ੍ਰੇਸ਼ਨ ਬੰਦੇ ਚਲੇ ਗਏ ਨਾਲ, ਮੈਨੂੰ ਵੀ ਨਾਲ ਲੈ ਗਏ। ਮੈਂ ਤਾਂ ਕਦੀ ਸਕੂਲ ਦੇ ਵਿੱਚ ਕਦੀ ਰੈਪਰੈਜ਼ੈਂਟੇਟਿਵ ਵੀ ਨਹੀਂ ਸੀ ਬਣਿਆ, ਮੈਨੂੰ ਤਾਂ ਪਤਾ ਨਹੀਂ ਸੀ ਵੀ ਕਿਸ ਸਿਆਪੇ 'ਚ ਮੈਂ ਪੈ ਰਿਹਾ। ਉੱਥੇ ਚਲੇ ਗਏ ਤਾਂ ਉਹ ਕਹਿੰਦੇ ਵੀ ਤੁਸੀਂ ਨਹੀਂ ਕਰ ਸਕਦੇ। ਅਸੀਂ ਕਿਹਾ ਵੀ ਕਿਉਂ ਨਹੀਂ ਕਰ ਸਕਦੇ? ਕਹਿੰਦੇ ਵੀ ਅਸੀਂ ਕਿਹਾ ਦੱਸੋ, ਲੌਗ ਬੁੱਕ ਵਿਖਾ ਦਿਓ, ਕੋਈ ਰੂਲ ਤੇ ਹੋਣਗੇ ਨਾ। ਉਹ ਜਿਹੜਾ ਉੱਥੋਂ ਦਾ ਲੋਕਲ MLA ਸੀ ਨਾ, ਉਹਦੀ ਮਾੜੀ ਕਿਸਮਤ, ਉਹਨੂੰ ਫੋਨ ਕਰਤਾ ਸਾਡੇ ਬੰਦਿਆਂ ਨੇ ਜਿਹੜੇ ਉਹਦੇ ਸਪੋਰਟਰ ਸੀ ਵੀ ਬਾਹਰ ਆਓ। ਕਹਿੰਦਾ ਜਾਓ ਸਤਿ ਸ਼੍ਰੀ ਅਕਾਲ ਬੁਲਾਓ, ਇੱਥੇ ਨਹੀਂ ਹੋਣਾ। ਫਿਰ ਉਸ ਸਮੇਂ ਦੇ ਵਿੱਚ ਜਿਹੜੇ ਕੈਨੇਡਾ ਦੇ ਜਿਹੜੇ ਫੋਰਨ ਮਿਨਿਸਟਰ ਸਨ, ਉਹਨਾਂ ਨੇ ਇੱਕ
ਇੱਕ ਉਹਨਾਂ ਨੇ ਲੈਟਰ ਇਸ਼ੂ ਕੀਤਾ, ਅੱਛਾ ਜੀ। ਡਾਇਰੈਕਸ਼ਨ ਇਸ਼ੂ ਕੀਤੀ, ਮੈਨੂੰ ਹੁਣ ਇਨ ਰਾਈਟਿੰਗ ਤੇ ਨਹੀਂ ਪਤਾ, ਪਰ ਉਹਨਾਂ ਨੇ ਕਿਹਾ ਵੀ ਇਹਨਾਂ ਲੋਕਾਂ ਨਾਲ ਡੀਲ ਨਾ ਕਰੋ, ਅੱਛਾ ਜੀ। ਜਿਹੜੀ ਸਿੱਖ ਕਮਿਊਨਿਟੀ ਹੈ ਨਾ, ਇਹਨਾਂ ਤੋਂ ਦੂਰ ਰਹੋ। ਉਸ ਦੇ ਵਿੱਚ ਸਮੇਂ ਦੇ ਵਿੱਚ ਫਿਰ ਇਹ ਜਦੋਂ ਗੱਲਾਂ ਹੋ ਰਹੀਆਂ ਸੀ ਸਾਰੀਆਂ, ਤੇ ਜਿਨ੍ਹਾਂ ਲੋਕਾਂ ਨਾਲ ਮੈਂ ਕੰਮ ਕਰਦਾ ਸੀ ਆਪਣੇ ਤੇ ਥੋੜ੍ਹੀ ਪ੍ਰੈਕਟਿਸ ਸੀ, ਮੋਸਟਲੀ ਮੈਂ ਹਸਪੀਟਲ ਦੇ ਵਿੱਚ ਸੀ, ਉਹ ਸਾਰਿਆਂ ਨੇ ਮੈਨੂੰ ਕਹਿਣਾ ਵੀ ਗੁਲਜ਼ਾਰ, ਬਾਕੀ ਜਿਹੜੇ ਡਾਕਟਰ ਸੀ, ਵੀ ਤੁਸੀਂ ਆਪਣੀ ਕਮਿਊਨਿਟੀ ਤੁਹਾਡੀ ਦੇ ਬਾਰੇ ਇੰਨੇ ਗਲਤ ਲੋਕ ਕਿਉਂ ਬੋਲਦੇ, ਰਿਪਰੈਜ਼ੈਂਟ ਕਰੋ ਉਹਨਾਂ ਨੂੰ, ਕੋਈ ਗੱਲ ਤੇ ਕਰੋ। ਮੈਂ ਕਿਹਾ ਵੀ ਇੱਥੇ ਕੀ ਕਰ ਸਕਦੇ ਹਾਂ ਅਸੀਂ, ਕਿ ਕੋਈ ਇਨਫੋਰਮੇਸ਼ਨ ਤੇ ਸਾਡੇ ਕੋਲ ਕੋਈ ਰੇਡੀਓ ਨਹੀਂ, ਕੋਈ ਟੀਵੀ ਦਾ ਸਟੇਸ਼ਨ ਨਹੀਂ, ਨਿਊਜ਼ਪੇਪਰ ਨਹੀਂ। ਉਹ ਸਾਡੇ ਨਾ, ਅਸੀਂ ਉਦੋਂ ਬਦਕਿਸਮਤੀ ਹੋਈ ਵੀ ਜਿਹੜੀ ਉੱਥੇ ਉਹ ਗਵਰਨਮੈਂਟ ਸੀ ਐਨਡੀਪੀ ਦੀ, ਉਹ ਟੁੱਟ ਗਈ। ਅੱਛਾ, ਮੈਨੀਟੋਬਾ 'ਚ ਮਾਰਚ 1988 ਦੇ ਵਿੱਚ। ਤੇ ਸਾਡੇ ਬੰਦਿਆਂ ਨੇ ਤੇ ਫੈਸਲਾ ਕਰ ਲਿਆ ਅਸੀਂ ਬੰਦਾ ਖੜਾ ਕਰਨਾ। ਅੱਛਾ, ਮੈਨੂੰ ਨਹੀਂ ਸੀ ਪਤਾ ਵੀ ਮੈਂ ਉਹ ਬੰਦਾ, ਮੈਨੂੰ ਕੋਈ ਆਈਡੀਆ ਨਹੀਂ। ਅੱਛਾ, ਉਹਨਾਂ ਨੇ ਫੈਸਲਾ ਕਰ ਲਿਆ। 10-12 ਬੰਦੇ ਸੀ, ਮੈਂ ਨਾਂ ਨਹੀਂ ਲੈਣੇ ਕਿਉਂਕਿ ਇੱਕ ਦਾ ਲਾਂਗਾ ਦੂਜੇ ਨੇ ਗੁੱਸੇ ਹੋ ਜਾਣਾ। ਜੀ ਜੀ। ਕਿਉਂਕਿ ਸਾਡਾ ਹੈਡ ਟੂ ਬੀ ਵੈਰੀ ਕੇਅਰਫੁਲ, ਵੀ ਉਹਨਾਂ ਨੇ ਕਿਹਾ ਵੀ ਖੜੇ ਹੋਣਾ। ਉਸ ਟਾਈਮ ਦੇ ਵਿੱਚ ਜਿਹੜਾ ਸੀ ਨਾ, ਇਹ ਕੋਈ ਜਿਹੜਾ ਪੋਲੀਟੀਕਲ ਪ੍ਰੋਸੈਸ ਸੀ ਉਹਦਾ ਤੁਹਾਨੂੰ ਮੈਨੂੰ ਤਾਂ ਕੋਈ ਸਮਝ ਨਹੀਂ ਸੀ। ਉਹ ਫਿਰ ਆਪਣੇ ਇੱਥੋਂ ਕੈਲਗਰੀ ਤੋਂ ਨੇ ਸਰਦਾਰ ਰਾਮਰੂਪੀਤ ਸਿੰਘ ਚਾਲ ਜੀ, ਉਹ ਲਿਬਰਲ ਪਾਰਟੀ ਵਿੱਚ ਬੜੇ ਐਕਟਿਵ ਸਨ। ਅੱਛਾ ਜੀ। ਕੈਲਗਰੀ ਤੋਂ ਉਹਨਾਂ ਨੇ ਫਿਰ ਸਾਡੇ ਬੰਦਿਆਂ ਨਾਲ ਕੰਟੈਕਟ ਕਰਾ ਕੇ ਤੇ ਮੇਰੀ ਜਿਹੜੀ ਸਾਡੀ ਸੀ ਨਾ ਲੀਡਰ ਸ਼ੈਰਨ ਕਾਸਟੇਅਰ, ਉਹਦੇ ਨਾਲ ਸਾਡੇ ਬੰਦਿਆਂ ਦੀ ਮੁਲਾਕਾਤ ਕਰਾਈ। ਉਹਨੂੰ ਮੈਂ ਨਹੀਂ ਸੀ ਮਿਲਿਆ। ਅੱਛਾ, ਪਹਿਲਾਂ ਕਦੇ ਨਹੀਂ ਸੀ ਨਾ, ਮੈਂ ਵੈਸੇ ਨਹੀਂ, ਜਦੋਂ ਨੋਮੀਨੇਸ਼ਨ ਤੋਂ ਬਾਅਦ ਮਿਲਿਆ, ਮੈਨੂੰ ਤਾਂ ਪਹਿਲਾਂ ਮੇਰੀ ਮੁਲਾਕਾਤ ਹੀ ਨਹੀਂ ਹੋਈ। ਅੱਛਾ। ਉਹ ਜਦੋਂ ਇਹ ਹੋਇਆ ਵੀ ਬੰਦਿਆਂ ਨੇ ਮੇਰੇ ਕੋਲ ਆ ਕੇ ਕਹਿੰਦੇ ਜੀ ਭਈ ਆਪਾਂ ਕੰਮ ਕਰਨਾ। ਮੈਂ ਕਿਹਾ ਠੀਕ ਹੈ। ਮੈਂ ਕਿਹਾ ਮੇਰੇ ਕੋਲ ਤਾਂ ਪੈਸੇ ਲੈਣੇ ਸੀ ਇਹਨਾਂ ਨੇ। ਮੈਂ ਕਿਹਾ ਵੀ ਦੱਸੋ ਕਿੰਨੇ ਚਾਹੀਦੇ ਨੇ, ਮੈਂ ਪੈਸੇ ਪੇ ਕਰ ਦੇਣਾ। ਵੀ ਮੈਂਬਰਸ਼ਿਪ ਦੇ ਪੈਸੇ ਹੁੰਦੇ ਨੇ, ਕੋਈ ਹੋਰ ਤਰੀਕਾ ਨਹੀਂ। ਤੇ ਉਹ ਕਹਿੰਦੇ ਪੈਸੇ ਵੀ ਲੈਣੇ ਨੇ ਤੇ ਖੜੇ ਵੀ ਤੁਸੀਂ ਹੋਣਾ। ਓ ਮਾਈ ਗॉड। ਮੈਂ ਕਿਹਾ ਕਾਹਦੇ ਵਾਸਤੇ? ਮੈਂ ਤਾਂ ਪ੍ਰੋਫੈਸ਼ਨਲ ਡਾਕਟਰ ਹਾਂ, ਮੇਰਾ ਤਾਂ ਪੇਸ਼ਾ ਕੋਈ ਹੋਰ ਹੈ। ਕਹਿੰਦੇ ਫਿਰ ਜਿਹੜੀਆਂ ਐਡੀਆਂ ਵੱਡੀਆਂ ਆਪਾਂ ਸਾਰੇ ਗੱਲਾਂ ਕਰਨੇ ਆ, ਤੁਸੀਂ ਹੋ ਜਾਓ ਨਿਊਟਰਲ ਹੋ, ਤੁਹਾਡੀ ਕੋਈ ਕਮਿਊਨਿਟੀ ਵਿੱਚ ਤਾਂ ਕੋਈ ਵਾਦ ਵਿਵਾਦ ਨਹੀਂ ਹੈਗਾ, ਤੇ ਖੜੇ ਹੋ ਜਾਓ। ਮੈਂ ਕਿਹਾ ਵੀ ਮੈਨੂੰ ਤਾਂ ਸਮਝ ਨਹੀਂ ਕੋਈ। ਐਨੀਵੇ ਪ੍ਰੋਸੈਸ ਸ਼ੁਰੂ ਹੋ ਗਿਆ, ਟਾਈਮ ਘੱਟ। ਪ੍ਰੋਸੈਸ ਦੇ ਵਿੱਚ ਜਦੋਂ ਇਲੈਕਸ਼ਨ ਉਹ ਹੋ ਗਿਆ, ਨੋਮੀਨੇਸ਼ਨ ਮੇਰੀ ਕਾਲ ਹੋ ਗਈ ਉਸ ਏਰੀਏ ਦੀ, ਕਿਉਂਕਿ ਲੀਡਰ ਸਾਡੀ ਬੜੀ ਪਾਪੂਲਰ ਹੋ ਗਈ ਇੱਕਦਮ। ਉਹਦੇ ਕੋਲ ਇੱਕ ਸੀਟ ਸੀ ਉਹਦਾ, ਤੇ ਉਹਨਾਂ ਦੀ ਬੱਲੇ ਬੱਲੇ ਸ਼ੁਰੂ ਹੋ ਗਈ। ਤੇ ਕਿਉਂਕਿ ਐਨਡੀਪੀ ਦੇ ਵਿੱਚ ਪ੍ਰੋਬਲਮ ਬੜੀ ਖੜੀ ਹੋ ਗਈ। ਟੋਰੀ ਪਾਰਟੀ ਸਟਰੋਂਗ ਸੀ, ਪਰ ਸਮਹਾਉ ਕੋਈ ਕੁਦਰਤ ਦੀ ਗੱਲ ਹੁੰਦੀ ਹੈ। ਉਹ ਫਿਰ ਜਿਹੜੇ ਏਰੀਏ 'ਚ ਮੈਂ ਖੜਾ ਉੱਥੇ ਤੇ 50 ਸਾਲ ਦੀ ਐਨਡੀਪੀ ਦੀਆਂ ਸੀਟਾਂ ਆਪਣਾ। ਤੇ ਜਦੋਂ ਨੋਮੀਨੇਸ਼ਨ ਹੋਈ ਆਪਣੇ, ਤੇ ਨੋਮੀਨੇਸ਼ਨ ਹਲਕੇ ਦਾ ਨਾਂ ਚੇਤੇ ਜੀ, ਰਾਈਡਿੰਗ ਕਿਹੜੀ? ਹਾਂਜੀ, ਕਿਲਡੋਨਨ। ਅੱਛਾ। ਤੇ ਉਹ ਜਿਹੜੀ ਰਾਈਡਿੰਗ ਪਹਿਲਾਂ ਉਹ ਸੀ, ਤੇ ਉੱਥੇ ਤੇ ਸਕੂਲ ਦੇ ਵਿੱਚ ਨੋਮੀਨੇਸ਼ਨ ਹੋਣੀ ਸੀ। ਬੰਦੇ ਦਾ ਆਪਣੇ ਇੰਨੇ ਸਾਈਨ ਹੋ ਗਏ, ਅੱਧ 'ਚ ਹੀ ਉਹਨਾਂ ਨੋਮੀਨੇਸ਼ਨ ਬੰਦ ਕਰਤੀ। ਅੱਛਾ ਜੀ। ਉਹ ਕਹਿੰਦੇ ਵੀ ਜਿੱਤ ਗਿਆ। ਉਹ ਫਿਰ ਮੈਂ ਹਰਾਇਆ। ਉੱਥੋਂ ਬੜੇ ਬੜੇ ਪ੍ਰੋਮੀਨੈਂਟ ਬੰਦੇ ਸੀ ਮੇਨ ਕਮਿਊਨਿਟੀ ਦੇ ਸਾਰੇ। ਤੇ ਜਦੋਂ ਮੈਂ ਐਕਚੁਅਲੀ 4:30 ਵਜੇ ਮੈਂ ਪ੍ਰੈਕਟਿਸ ਕਰਦਾ ਪਿਆ ਸੀ, ਉਹ ਮੈਨੂੰ ਸਪੀਚ ਦੇਣ ਲਈ ਇੱਕ ਉਹਨਾਂ ਨੇ ਪਾਰਟੀ ਨੇ ਬੰਦਾ ਭੇਜਿਆ ਵੀ ਸਲਿੱਪ ਤੇ ਲਿਖ ਕੇ ਵੀ ਆ ਤੂੰ ਬੋਲਣਾ। ਅੱਛਾ ਜੀ। ਤੇ ਮੈਂ ਘਰ ਆ ਕੇ ਦੱਸਿਆ ਹਰਿੰਦਰ ਨੂੰ ਵੀ ਬੋਲਣਾ। ਉਹ ਕਹਿੰਦੇ ਵੀ ਇਹਦੇ ਤੇ ਸਟ੍ਰਿਕ ਕਰਿਓ ਵੀ ਇੱਧਰ ਉੱਧਰ ਜਾਣ ਦੀ ਜ਼ਰੂਰਤ ਕੋਈ ਨਹੀਂ। ਮੈਂ ਕਿਹਾ ਵੀ ਮੈਂ ਕੋਈ ਨਹੀਂ, ਥੋੜ੍ਹੀ ਬਹੁਤੀ ਗੱਲ ਤੇ ਮੈਂ ਕਰ ਹੀ ਸਕਦਾ। ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਸਪੀਚ ਕੀਤੀ ਪਬਲਿਕਲੀ ਉੱਦਣ। ਤੇ ਉੱਦਣ ਮੈਂ ਸਪੀਚ ਕੀ ਕੀਤੀ, ਉਹਦੀ ਅਗਲੇ ਦਿਨ ਫ੍ਰੀ ਪ੍ਰੈਸ, ਵਿਨੀਪੈਗ ਫ੍ਰੀ ਪ੍ਰੈਸ ਦੀ ਸਟੋਰੀ ਸੀ, ਲਿਬਰਲ ਨੋਮੀਨੇਸ਼ਨ ਡਿਸਪਿਊਟਡ। ਐਵੇਂ ਉਹਨਾਂ ਨੇ ਪਾਤਾ ਜੀ, ਗੱਲਬਾਤ ਜੀ। ਤੇ ਫਿਰ ਕੀ ਸੀ, ਪਰ ਕੁਦਰਤ ਦੀ ਗੱਲ ਹੈ, ਜਦੋਂ ਰੱਬ ਮਿਹਰਬਾਨ ਹੈ, ਉਦੋਂ ਫਿਰ ਬੰਦੇ ਆਪਣੇ ਤੁਰ ਪਏ ਨਾਲ। ਨੋਮੀਨੇਸ਼ਨ 'ਚ ਬੜੇ ਸੀ, ਪਰ ਜਿਹੜੀ ਅਸਲੀ ਵੋਟਾਂ ਸੀ ਉਹ 120 ਜਾਂ 150 ਦੇ ਵਿੱਚ ਜ਼ਿਆਦਾ ਨਹੀਂ ਸੀ। ਅੱਛਾ ਜੀ। 44,000 ਤੋਂ ਵਿੱਚੋਂ ਇੰਨੀਆਂ ਵੋਟਾਂ ਸੀ ਆਪਣੀਆਂ 0.01% ਬਣਦੀਆਂ ਹੋਣਗੀਆਂ। ਪਰ ਉਹ ਪਰਸੈਪਸ਼ਨ ਬਣ ਗਈ। ਅਸੀਂ ਫਿਰ ਫਿਲੀਪੀਨੋ ਕਮਿਊਨਿਟੀ ਨਾਲ ਜੋੜ ਲਿਆ, ਯੂਕਰੇਨੀਅਨ ਕਮਿਊਨਿਟੀ ਨੇ ਸਾਡੀ ਹੈਲਪ ਕੀਤੀ, ਜਰਮਨਸ, ਇਟਾਲੀਅਨ ਸਾਰੇ ਮੇਰੇ ਨਾਲ ਜੁੜ ਕੇ। ਅੱਛਾ ਜੀ। ਤੇ ਉਹ ਤੋਂ ਬਾਅਦ ਫਿਰ ਜਿਹੜੀ ਸਾਡੀ ਕੈਂਪੇਨ ਸੀ, ਲੋਇਡ ਐਕਸਵਰਦੀ ਦੀ ਫੈਮਿਲੀ ਨੇ ਸਾਂਭ ਲਈ। ਮੇਰੀ ਕੈਂਪੇਨ ਵਿੱਚ ਜੌਨ ਕਰੇਚੀਆ ਆਏ, ਮੇਰੀ ਕੈਂਪੇਨ ਵਿੱਚ ਸਰਜੀਓ ਮਾਰਕੀ ਐਂਡ ਬਾਬ ਕੈਪਲਨ, ਯੂ ਨੇਮ ਇਟ, ਐਵਰੀਵਨ। BC ਤੋਂ ਬੜੇ ਲੋਕ ਗਏ। ਉਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਵੀ ਬੰਦਾ ਜਿੱਤ ਸਕਦਾ। ਤੇ ਮੈਨੂੰ ਜਦੋਂ ਮੈਂ ਜਾਣਾ ਡੋਰ ਤੇ ਤੁਹਾਨੂੰ ਪਤਾ ਵੀ ਪਰਦੇ ਦੇ ਪਿੱਛੇ ਤੱਕ ਬੜੀ ਗੜਬੜ ਹੈ। ਜੀ। ਉਹਨਾਂ ਨੇ ਕਈਆਂ ਦੇ ਮੈਨੂੰ ਬੜੇ ਭੈੜੇ ਲਫ਼ਜ਼ ਬੋਲੇ ਕਿ ਨਾਮ ਬਦਲ ਲੈ, ਸ਼ੇਵ ਕਰ ਲੈ। ਮੈਂ ਤੇ ਘਬਰ ਗਿਆ। ਅੱਛਾ। ਮੈਂ ਤੇ ਇੱਕ ਦਿਨ ਪੇਪਰ ਚੁੱਕ ਕੇ ਉਧਰ ਮਾਰੇ। ਮੈਂ ਗਿਆ, ਮੈਂ ਇਸ ਕਿਹੜੇ ਸਿਆਪੇ 'ਚ ਪੈ ਗਿਆ। ਮੇਰੇ ਕੋਲ ਨਹੀਂ ਇਹ ਕੰਮ ਹੁੰਦਾ ਇਹੋ ਜਿਹਾ। ਮੈਂ ਕਿ ਗੱਲ ਨਹੀਂ ਸੁਣਨੀ ਕਿਸੇ ਤੋਂ। ਫਿਰ ਉਹ ਘਰ ਆ ਕੇ ਤੇ ਗੱਲਬਾਤ ਕੀਤੀ। ਫਿਰ ਸਾਡੀ ਕੈਂਪੇਨ ਟੀਮ ਬੜੀ ਸਟਰੋਂਗ ਸੀ, ਮੇਨ ਸਟਰੀਮ ਦੀ ਕੈਂਪੇਨ ਸੀ ਸਾਰੀ।
ਉਹ ਫਿਰ ਉਹਨਾਂ ਨੇ ਮੇਰੇ ਹਰਿੰਦਰ ਨਾਲ ਬਹਿ ਕੇ ਤੇ ਫਿਰ ਅਸੀਂ ਉਹਨਾਂ ਨੇ ਇੱਕ ਲੈਟਰ ਤਿਆਰ ਕੀਤਾ। ਅੱਛਾ ਜੀ। ਲੈਟਰ 'ਚ ਫਿਰ ਅਸੀਂ ਐਕਸਪਲੇਨ ਕੀਤਾ ਵੀ ਗੁਲਜ਼ਾਰ ਸਿੰਘ ਚੀਮਾ ਕਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦਾ, ਧਰਮ ਬਾਰੇ ਦੱਸਿਆ, ਥੋੜ੍ਹਾ ਜਿਹਾ ਹਿਸਟਰੀ ਦੱਸੀ ਵੀ ਜਿਨ੍ਹਾਂ ਦੇ ਬਰਖਲਾਫ ਤੁਸੀਂ ਬੋਲਦੇ ਪਏ ਉਹ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਫਸਟ ਤੇ ਸੈਕੰਡ ਵਰਲਡ ਵਾਰ 'ਚ ਲੜੇ ਨੇ, ਉਹਨਾਂ ਨੇ ਸ਼ਹੀਦੀਆਂ ਪਾਈਆਂ ਨੇ, ਉਹਨਾਂ ਨੇ ਅਸੀਂ ਉਸ ਕਮਿਊਨਿਟੀ ਨੂੰ ਬਿਲੋਂਗ ਕਰਨੇ ਆ, ਅਸੀਂ ਤੁਹਾਡੇ ਵਾਂਗੂ ਹੀ ਆ, ਤੁਹਾਡਾ ਹੀ ਸਾਡਾ ਕੰਮ ਹੈ, ਅਸੀਂ ਉੱਦਾਂ ਹੀ ਖਾਂਦੇ ਪੀਂਦੇ ਆ, ਸਾਡੀ ਆ ਪਹਿਰਾਵਾ ਵੱਖਰਾ, ਧਰਮ ਸਾਡਾ ਵੱਖਰਾ। ਪਰ ਉਹ ਮੈਂ ਦੱਸਿਆ ਵੀ ਉਹ ਮੇਰਾ ਹਿਊਮੈਨਿਟੀ ਦੀ ਗੱਲ ਉਹ ਮੇਰਾ ਛੋਟਾ ਹਿੱਸਾ, ਮੇਰਾ ਇੱਕ ਪਾਰਟ, ਇੱਕ ਹਿੱਸਾ ਮੇਰਾ, ਉਹ ਸਾਰਾ ਮੇਰਾ ਹੋਲ ਨਹੀਂ ਹੈਗਾ। ਸੋ ਹੌਲੀ ਹੌਲੀ ਕਰਕੇ ਉਹਦੀ ਮੂਵਮੈਂਟ ਚੱਲ ਪਈ ਤੇ ਮੈਂ ਕੁਦਰਤ ਦੇ ਹਿਸਾਬ ਨਾਲ ਡਿਫੀਟ ਕਰਤਾ ਬੰਦਿਆਂ ਨੂੰ। ਅੱਛਾ, ਉਹ ਕਿਹੜੀ ਤਰੀਕ ਤੇ ਕਿਹੜਾ ਸਾਲ ਸੀ ਜੀ? 26 ਅਪ੍ਰੈਲ ਅੱਛਾ 1988। ਤੇ ਮੈਂ ਉਸ ਦਿਨ ਜਿੱਦਣ ਇਲੈਕਸ਼ਨ ਵੀ ਹੋ ਰਹੀ ਸੀ ਜੀ ਜੀ, ਮੇਰੀ ਜਿਹੜੀ ਆਦਤ ਹੈ ਕੰਮ ਕਰਨ ਦੀ, ਮੈਂ ਆਪਣੇ ਆਪ ਸੇ ਕੰਮ ਕਰਨ ਚਲਾ ਅੱਛਾ ਉਧਰ ਇਲੈਕਸ਼ਨ ਹੋ ਰਹੀ ਹੈ, ਤੁਸੀਂ ਆਪਣੇ ਦਫ਼ਤਰ ਚੋਂ? ਮੈਂ ਉੱਥੇ ਚਲਾ ਗਿਆ। ਮੈਨੂੰ ਸਾਰਿਆਂ ਨੇ ਉੱਥੋਂ ਕਿਹਾ ਵੀ ਤੇਰੀ ਗੱਲ ਬਣ ਜਾਣੀ ਹੈ। ਮੈਂ ਕਿਹਾ ਵੀ ਮੈਨੂੰ ਉਦੋਂ ਪਤਾ ਲੱਗਣਾ ਸ਼ੁਰੂ ਹੋ ਗਿਆ ਵੀ ਜਿਹੜਾ ਸਾਰਾ ਨੈਸ਼ਨਲ ਮੀਡੀਆ ਸੀ ਨਾ ਉਹ ਆ ਗਿਆ, ਤੇ ਉਹ ਨੈਸ਼ਨਲ ਮੀਡੀਆ ਬਾਰੇ ਤੇ ਆ ਕੇ ਗੱਲਬਾਤ ਕਰਨ ਲੱਗੇ ਵੀ ਜਿੱਤ ਹੋਈ ਹੈ। ਸੋ ਐਨੀਵੇ ਇਟ ਵਾਜ਼ ਸਕਸੈਸ ਪੇ ਸਾਰੀ ਕਮਿਊਨਿਟੀ ਦੀ ਹੋਈ, ਉਹਨਾਂ ਦਾ ਮਾਣ ਸਤਿਕਾਰ ਵਧਿਆ ਤੇ ਉਹਦੇ ਨਾਲ ਅਸੀਂ ਰਸਤਾ ਖੋਲ੍ਹਿਆ, ਬੜੀ ਵੱਡੀ ਸੀਲਿੰਗ ਤੋੜੀ। ਮੈਂ ਤੁਹਾਡੇ ਪ੍ਰੋਗਰਾਮ ਸੁਣਨ ਵਾਲੇ ਵੇਖਣ ਵਾਲਿਆਂ ਨੂੰ ਮੈਂ ਇਹ ਐਕਸਪਲੇਨ ਕਰਨਾ ਚਾਹੁੰਦਾ ਵੀ ਇਹ ਜਿਹੜੀਆਂ ਸਾਰੀਆਂ ਗੱਲਾਂ ਵੱਡੀਆਂ ਵੱਡੀਆਂ ਗੱਲਾਂ ਹੋ ਰਹੀਆਂ, ਮਿਨਿਸਟਰਸ ਬਣ ਗਏ, ਪ੍ਰਾਈਮ ਮਿਨਿਸਟਰ ਦੀ ਕੁਰਸੀ ਤੱਕ ਪਹੁੰਚਣ ਨੂੰ ਫਿਰਦੇ ਨੇ, ਤੇ ਉਹ ਭੁੱਲ ਗਏ ਨੇ ਜਿਹੜਾ ਕਿ ਜਿਨ੍ਹਾਂ ਨੇ ਸਾਰੀਆਂ ਇਸ ਕਮਿਊਨਿਟੀ ਨੇ ਜਾਂ ਵਿਨੀਪੈਗ ਕਮਿਊਨਿਟੀ ਦੀ ਜਿਹੜੀ ਦੇਣ ਹੈ ਪੋਲੀਟੀਕਲ ਸਟਰਕਚਰ ਨੂੰ, ਕੈਨੇਡਾ ਦੀ ਨੂੰ, ਉਹਨੂੰ ਮੁਕਾਬਲਾ ਨਹੀਂ ਕਰ ਸਕਦੇ, ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਜੇ ਅੱਜ ਇੰਟਰਨੈਟ ਦਾ ਜ਼ਮਾਨਾ ਨਾ ਹੁੰਦਾ, ਜੇ ਅੱਜ ਸੋਸ਼ਲ ਮੀਡੀਆ ਜ਼ਮਾਨਾ ਨਾ ਹੁੰਦਾ, ਕਿਸੇ ਨੇ ਨਹੀਂ ਪੁੱਛਣਾ ਵੀ ਗੁਲਜ਼ਾਰ ਚੀਮਾ ਤੇ ਕੋਈ ਐਗਜ਼ਿਸਟ ਕਰਦਾ ਜਿਹਨੇ ਰਸਤਾ ਖੋਲ੍ਹਿਆ। ਦੱਸਿਓ, ਤੁਸੀਂ ਬਹੁਤ ਡਿਟੇਲਡ ਜਾਣਕਾਰੀ ਦੇ ਰਹੇ ਹੋ ਤੇ ਦੇਣ ਵਾਲੀ ਵੀ ਹੈ। ਇਹ ਜ਼ਰੂਰ ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿ ਕੈਨੇਡਾ ਦੇ ਵਿੱਚ ਮੈਨੀਟੋਬਾ 'ਚ ਤਾਂ ਤੁਸੀਂ ਪਹਿਲੇ ਰੰਗਦਾਰ ਆਪਾਂ ਆਖ ਸਕਦੇ ਹਾਂ ਕਿ ਐਮਐਲਏ ਬਣੇ, ਕਿ ਤੁਹਾਡੇ ਤੋਂ ਪਹਿਲਾਂ ਪੂਰੀ ਕੈਨੇਡਾ ਦੇ ਵਿੱਚ ਕੋਈ ਪੰਜਾਬੀ ਐਮਐਲਏ ਸੀ ਜੀ? ਮੈਂ ਇੰਡੀਅਨ ਬੋਰਨ ਪਹਿਲਾ ਐਮਐਲਏ ਪਹਿਲੇ। ਇਸ ਤੋਂ ਇੱਥੇ ਬੀਸੀ ਦੇ ਵਿੱਚ ਮੋਸਟ ਤਾਂ ਐਮਐਲਏ ਸੀ, ਇੱਥੋਂ ਦਾ ਬੋਰਨ ਹੈ ਸਾਰਾ ਕੁਝ। ਉਹਨਾਂ ਨੂੰ ਤੇ ਬਾਅਦ 'ਚ ਹੀ ਪਤਾ ਲੱਗਾ ਵੀ ਇਹ ਵੀ ਇੰਪੋਰਟੈਂਟ ਚੀਜ਼ ਹੈ ਵੀ ਕਮਿਊਨਿਟੀ। ਪਰ ਤੁਸੀਂ ਪਹਿਲੇ ਹੋ ਜਿਹੜੇ ਇੰਡੀਆ ਤੋਂ ਜੰਮ ਪੜ ਕੇ ਆਪਣੀ ਉਹਨਾਂ ਦੀ ਆਪਣੀ ਕੰਟਰੀਬਿਊਸ਼ਨ ਹੈ। ਪਰ ਜਿਸ ਹਿਸਾਬ ਨਾਲ ਮੈਂ ਜਿਹਨੂੰ ਆਪਾਂ ਨੂੰ ਸਾਰੇ ਕਹਿੰਦੇ ਵੀ ਦੇਸੀ ਨੇ, ਇਹ ਕਿੱਥੋਂ ਆ ਗਏ ਨੇ? ਸਾਨੂੰ ਤੇ ਜਿਹੜੇ ਆਪਾਂ 60-80 ਦੇ ਨੇੜੇ ਤਾਂ ਆਏ ਆ, ਬੰਦੇ ਨਹੀਂ ਸਮਝਦੇ। ਬਿਲਕੁਲ ਬਿਲਕੁਲ। ਤੇ ਇਹਨਾਂ ਨੇ ਕਹਿਣਾ ਵੀ ਮੈਨੀਟੋਬਾ ਖਾਸ ਕਰਕੇ ਕੀ ਉੱਥੇ ਤੇ ਸਨੋ ਪੈਂਦੀ ਹੈ, ਉੱਥੇ ਜੰਗਲ ਹੈਗਾ, ਉੱਥੇ ਤੇ ਇਹ ਨਾ ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਗੱਲਾਂ ਸਟ੍ਰੇਟ ਫਾਰਵਰਡ ਕਰਨੀਆਂ ਬੜੀਆਂ ਇੰਪੋਰਟੈਂਟ ਨੇ। ਜੇ ਤੁਸੀਂ ਹਿਸਟਰੀ ਨਹੀਂ ਦੱਸਦੇ, ਕਿਸੇ ਨੂੰ ਕੀ ਪਤਾ ਵੀ ਕਿੰਨੇ ਰਸਤੇ ਖੋਲੇ। ਮੈਂ ਤੁਹਾਨੂੰ ਇਹ ਕਹਿ ਸਕਦਾ ਮਾਨ ਦੇ ਨਾਲ ਵੀ ਕੈਨੇਡਾ ਦੇ ਜਿੰਨੇ ਲਿਬਰਲ ਪ੍ਰਾਈਮ ਮਿਨਿਸਟਰ ਬਣੇ ਨੇ, ਮੈਂ ਉਹਨਾਂ ਨੂੰ ਫਸਟ ਨੇਮ ਤੋਂ ਮੈਨੂੰ ਜਾਣਦੇ ਨੇ, ਸਾਰੇ ਮੇਰੇ ਕੋਲ ਆਏ ਨੇ। ਅਸੀਂ ਤਾਂ ਦੇਖੋ ਡਾਕਟਰ ਸਾਹਿਬ, ਇੱਕ ਤਾਂ ਹੁੰਦਾ ਕਿ ਤੁਸੀਂ ਦੱਸ ਰਹੇ ਹੋ, ਅਸੀਂ ਦੇਖਿਆ ਨਹੀਂ। ਅਸੀਂ ਤੇ ਅੱਗੇ ਵੀ ਪੁਰਾਣੇ ਪ੍ਰੋਗਰਾਮਾਂ 'ਚ ਵੀ ਜ਼ਿਕਰ ਕਰਦੇ ਰਹੇ ਹਾਂ ਕਿ ਉਹ ਭਾਵੇਂ ਹੁਣ ਮੌਜੂਦਾ ਜਸਟਿਨ ਟਰੂਡੋ ਨੇ ਜਾਂ ਇਹਨਾਂ ਤੋਂ ਪਹਿਲੇ ਸੀ, ਜੇ ਸਰੀ ਚਾਹੁੰਦੇ ਨੇ ਤਾਂ ਗੁਲਜ਼ਾਰ ਚੀਮਾ ਕੋਲ, ਤੇ ਜੇ ਫੰਡ ਰੇਜ਼ਿੰਗ ਸਭ ਤੋਂ ਵੱਡਾ ਕਿਸੇ ਨੇ ਕਰਕੇ ਕਦੀ ਦਿੱਤਾ ਹੈ ਇਸ ਲਿਬਰਲ ਪਾਰਟੀ ਆਫ ਕੈਨੇਡਾ ਨੂੰ, ਉਹਦੇ ਵਿੱਚ ਵੀ ਤੁਹਾਡਾ ਸਭ ਤੋਂ ਪਹਿਲਿਆਂ 'ਚ ਨਾਮ ਆਉਂਦਾ ਹੈ। ਸੋ ਉਹਦੇ ਤੋਂ ਬਾਅਦ ਫਿਰ ਮੈਂ ਦੱਸਣਾ ਕੀ ਹੋਇਆ ਜੀ, ਆਉਣ ਦਿਓ। ਫਿਰ ਦੇਖੋ, ਫਿਰ ਮੈਂ ਬਹੁਤ ਐਕਟਿਵ ਸੀ, ਪਰ ਮੈਨੂੰ ਰਾਤ ਨੂੰ ਵੀ ਕੰਮ ਕਰਨਾ ਪੈਂਦਾ ਸੀ, ਮੈਂ ਪ੍ਰੈਕਟਿਸ ਵੀ ਕਰਨੀ ਹੈ। ਮੈਂ ਛੱਡੀ ਨਹੀਂ ਗਈ ਨਾ ਪ੍ਰੈਕਟਿਸ ਮੈਨੂੰ ਕਰਨੀ ਪੈਣੀ ਸੀ। ਐਮਐਲਏ ਦੀ ਤਨਖਾਹ ਤੇ $48,000, ਮੇਰਾ ਤਾਂ ਗੁਜ਼ਾਰਾ ਨਹੀਂ ਹੋਣਾ ਜੀ ਜੀ। ਮੇਰੇ ਤੇ ਘਰਦਿਆਂ ਤੇ ਮੇਰੇ ਕੱਪੜੇ ਵੀ ਨਹੀਂ ਆਉਣੇ ਉਹਦੇ ਨਾਲ। ਮੈਂ ਆਪਣੀ ਫੈਮਿਲੀ ਕਿੱਦਾਂ ਪਾਲਣੀ ਹੈ, ਬੱਚੇ ਕਿਸ ਤਰ੍ਹਾਂ ਪਾਲਣੇ ਨੇ, ਤੇ ਮੇਰੀਆਂ ਐਸਪੀਰੇਸ਼ਨ ਨੇ ਫਾਈਨੈਂਸ਼ੀਅਲੀ ਉਹ ਤੇ ਜ਼ੀਰੋ ਹੋ ਗਈਆਂ। ਤੇ ਮੈਂ ਤੇ ਬਹੁਤ ਸਫਰ ਕੀਤਾ, ਪਰ ਥੋੜ੍ਹੇ ਬਹੁਤ ਹੀ ਮੈਂ ਟਰਾਈ ਕੀਤੀ ਪ੍ਰੈਕਟਿਸ ਕਰਨ ਦੀ, ਪਰ ਇੱਕ ਸਮਾਂ ਆ ਗਿਆ ਵੀ ਮੁਸ਼ਕਿਲ ਸੀ। ਪਰ ਮੈਂ ਐਕਟਿਵ ਸੀ ਕਿਉਂਕਿ ਆ ਵਾਜ਼ ਔਨ ਦਾ ਫਰੰਟ ਬੈਂਚ ਤੇ ਸੀ, ਮੈਂ ਬੜਾ ਐਕਟਿਵ ਸੀ। ਮੈਂ ਰੇਸਿਜ਼ਮ ਵੀ ਫੇਸ ਕੀਤਾ, ਪਰ ਮੈਂ ਕਦੀ ਲੜਾਈ ਨਹੀਂ ਕਿਸੇ ਨਾਲ ਕੀਤੀ। ਮੈਂ ਚਾਹੁੰਦਾ ਵੀ ਮੈਂ ਜਦੋਂ ਹੁਣ ਸਾਡੇ ਜਿਹੜੇ ਇਲੈਕਟਡ ਲੋਕ ਨੇ, ਜਦੋਂ ਉਹ ਦੱਸਦੇ ਨੇ ਬਾਹਰ ਜਾ ਕੇ ਤੇ ਕਹਿਣਗੇ ਵੀ ਅਸੀਂ ਇਹ ਕਰਤਾ, ਅਸੀਂ ਉਹ ਕਰਤਾ, ਮੈਂ ਕਹਿੰਦਾ ਵੀ ਉਹਨਾਂ ਨੂੰ ਅੱਖਾਂ 'ਚ ਪੋਕ ਕਰਨ ਦੀ ਕੋਈ ਜ਼ਰੂਰਤ ਨਹੀਂ।
ਐਕਸਪਲੇਨ ਕਰਨ ਦੀ ਜ਼ਰੂਰਤ ਹੈ। ਅਸੀਂ ਨਾ ਕਿਸੇ ਤੋਂ ਵੱਧ ਹਾਂ ਤੇ ਨਾ ਕਿਸੇ ਤੋਂ ਘੱਟ ਹਾਂ। ਸਾਨੂੰ ਚਾਹੀਦਾ ਵੀ ਇਸ ਕੈਨੇਡਾ ਦੀ ਕਮਿਊਨਿਟੀ ਦੇ ਵਿੱਚ ਹਰ ਕਮਿਊਨਿਟੀ ਨਾਲ ਮਿਲ ਕੇ ਚੱਲੀਏ। ਜਿਹੜਾ ਪੁਰਾਣਾ ਇਤਿਹਾਸ ਹੈ ਉਹਨੂੰ ਗਲਤ ਤਰੀਕੇ ਨਾਲ ਲੈ ਕੇ ਆਪਣੇ ਆਪ ਨੂੰ ਛੋਟੀਆਂ ਗੈਦਰਿੰਗ ਵਿੱਚ ਪ੍ਰਮੋਟ ਕਰਨ ਦੇ ਕੰਮ ਸਾਨੂੰ ਬੰਦ ਕਰਨਾ ਪੈਣਾ। ਇਹ ਕਿਉਂਕਿ ਮੀਡੀਆ ਦਾ ਇਹ ਬੜਾ ਸੋਸ਼ਲ ਮੀਡੀਆ ਬੜਾ ਐਕਟਿਵ ਹੈ। ਜਿਹੜੀਆਂ ਗੱਲਾਂ ਆਪਾਂ ਕਈ ਵਾਰੀ ਛੋਟੇ ਗਰੁੱਪ ਦੇ ਵਿੱਚ ਫालतू ਕਰਨੇ ਆ ਵੀ ਫਲਾਣੀ ਕਮਿਊਨਿਟੀ ਠੀਕ ਨਹੀਂ, ਇਹਨਾਂ ਸਾਡੇ ਤੇ ਰਾਜ ਕੀਤਾ, ਇਹ ਕੀਤਾ, ਉਹ ਕੀਤਾ ਤੇ ਅਸੀਂ ਇਹਨਾਂ ਤੇ ਰਾਜ ਕਰਨੇ ਪਏ ਆ, ਇਹ ਨੌਨਸੈਂਸ ਹੈ। ਇਹਦੇ ਵਿੱਚੋਂ ਕੋਈ ਚੀਜ਼ ਨਹੀਂ ਸਾਨੂੰ ਮਿਲਦੀ, ਇਹਦੇ ਨਾਲ ਨੁਕਸਾਨ ਹੁੰਦਾ। ਤੇ ਜਿਹੜੀ ਕਿਉਂਕਿ ਅਸੀਂ ਇਲੈਕਟਡ ਪੋਜੀਸ਼ਨਾਂ 'ਚ ਪਹੁੰਚੇ ਹਾਂ, ਅਸੀਂ ਪਾਵਰਫੁਲ ਪੋਜੀਸ਼ਨਾਂ 'ਚ ਨਹੀਂ ਪਹੁੰਚੇ, ਡਿਸੀਜਨ ਮੇਕਿੰਗ ਵਿੱਚ ਨਹੀਂ ਹੈਗੇ ਬਹੁਤ ਜ਼ਿਆਦਾ। ਸਾਰਿਆਂ ਨੂੰ ਬੜਾ ਭੁਲੇਖਾ ਵੀ MLA ਜਾਂ ਮੰਤਰੀ ਬਣ ਗਏ ਤੇ ਤੁਸੀਂ ਬਹੁਤੇ ਫੈਸਲੇ ਉਹ ਨਹੀਂ ਕਰ ਸਕਦੇ। ਫੈਸਲੇ ਕਰਨ ਵਾਲੇ ਸਮਾਲ ਗਰੁੱਪ ਆਫ ਲੋਕ ਹੁੰਦੇ ਨੇ ਜਿਹੜੇ ਫੈਸਲਾ ਕਰਦੇ ਨੇ। ਉਹ ਜਿਹੜੇ ਫੈਸਲੇ ਨੇ ਉਹ ਕਿਸ ਤਰ੍ਹਾਂ ਹੁੰਦੇ ਨੇ, ਉਹ ਫੰਡ ਰੇਜ਼ਿੰਗ ਨਾਲ ਹੁੰਦੇ ਨੇ ਫੈਸਲੇ, ਨਾਟ ਉਹ ਇਸੇ ਕਰਕੇ ਜਦੋਂ ਪਿਛਲੀ ਸਰਕਾਰ ਬਣੀ ਆਪਣੀ ਕਮਿਊਨਿਟੀ ਨੇ ਇੰਨਾ ਸਪੋਰਟ ਕੀਤਾ ਤੇ ਉਹਦੇ ਵਿੱਚੋਂ ਕਿੰਨੇ ਆਪਣੇ ਮੰਤਰੀ ਬਣੇ। ਪਰ ਹੁਣ ਚਾਹੀਦਾ ਵੀ ਇਹ ਨਹੀਂ ਵੀ ਅਸਾਂ ਆਪਣੀ ਕਮਿਊਨਿਟੀ ਲਈ ਅਸੀਂ ਕੀ ਕਰਨਾ, ਚਾਹੀਦਾ ਵੀ ਇਸ ਕੰਟਰੀ ਵਾਸਤੇ ਤੁਸੀਂ ਕੀ ਕਰਨਾ, ਹੋਰ ਕੰਟਰੀ ਨੂੰ ਕਿਸ ਤਰ੍ਹਾਂ ਐਸਟੈਬਲਿਸ਼ ਕਰਨਾ, ਇੰਡੀਆ ਦੇ ਨਾਲ ਕਿੱਦਾਂ ਕਨੈਕਸ਼ਨ ਬਣਾਉਣਾ। ਡਿਊਰਿੰਗ ਦਿਸ ਟਾਈਮ ਮੈਂ ਦੱਸਣਾ ਚਾਹੁੰਦਾ ਸਾਰਿਆਂ ਨੂੰ, ਪਿਛਲੇ ਜਦੋਂ ਦਾ ਮੈਂ ਇੱਥੇ ਆਇਆ ਮੈਂ ਕਦੀ ਵੀ ਕਿਸੇ ਵੀ ਵਰਗ ਦੇ ਖਿਲਾਫ ਨਹੀਂ ਬੋਲਿਆ। ਪਰ ਮੈਂ ਆਪਣੀ ਜਿਹੜੀ ਸਾਡੀ ਕਮਿਊਨਿਟੀ ਹੈ ਜਾਂ ਜਿਹੜਾ ਸਾਡਾ ਆਪਣਾ ਧਰਮ ਹੈ ਜਾਂ ਜਿਹੜੀ ਸਾਡਾ ਆਪਣਾ ਜਿਹੜਾ ਸਾਡਾ ਹੋਂਦ ਹੈ, ਸਾਡਾ ਵਜੂਦ ਹੈ, ਉਹਨੂੰ ਮੈਂ ਸਟਰੋਂਗਲੀ ਪੈਸ਼ਨੇਟਲੀ ਉਹਨੂੰ ਮੈਂ ਸਪੋਰਟ ਕਰਨਾ। ਪਰ ਮੈਂ ਕਿਸੇ ਨੂੰ ਥੱਲੇ ਨਹੀਂ ਵਿਖਾਉਂਦਾ ਕਦੀ ਵੀ। ਅਸੀਂ ਚਾਹੁੰਦੇ ਹਾਂ ਵੀ ਜਿਹੜੀ ਜਿੱਥੋਂ ਅਸੀਂ ਆਏ ਹਾਂ ਉਸ ਮੁਲਕ ਨਾਲ ਕੰਮ ਕਰੀਏ, ਉਹਨਾਂ ਨਾਲ ਮਿਲ ਕੇ ਕੰਮ ਕਰੀਏ, ਇੰਡੀਆ ਅਤੇ ਕੈਨੇਡਾ ਦੇ ਵਿੱਚ ਜੋੜ ਬਣੀਏ। ਜਿਹੜੇ ਲੋਕ ਇਸ ਟਾਈਮ ਦੇ ਵਿੱਚ, ਮੈਂ ਤੁਹਾਡੇ ਪ੍ਰੋਗਰਾਮ ਦੇ ਥਰੂ ਸਾਰਿਆਂ ਨੂੰ ਕਹਿਣਾ ਵੀ ਜੇ ਅਸੀਂ ਸਿਰਫ ਹਮੇਸ਼ਾ ਕ੍ਰਿਟੀਕਲ ਹੋਣਾ, ਸਾਡੇ ਲੋਕਾਂ ਦੀ ਅਚੀਵਮੈਂਟ ਨਹੀਂ ਹੋਣੀ। ਸਾਨੂੰ ਕਿਤੇ ਨਾ ਕਿਤੇ ਅਲਾਇੰਸ ਬਣਾਉਣੀ ਪੈਣੀ ਹੈ। ਜਿੱਥੋਂ ਅਸੀਂ ਆਏ ਹਾਂ ਬੜਾ ਸੋਹਣਾ ਕੰਮ ਚੱਲਦਾ ਪਿਆ। ਪ੍ਰਧਾਨ ਮੰਤਰੀ ਇਸ ਟਾਈਮ ਦੇ ਵਿੱਚ ਪਿਛਲੇ 70 ਸਾਲਾਂ ਵਿੱਚ ਇਹੋ ਜਿਹੀ ਜਗ੍ਹਾ ਦੇ ਨੇ, ਮਿਸਟਰ ਮੋਦੀ ਇਸ ਜਗ੍ਹਾ 'ਤੇ ਬੈਠੇ ਨੇ ਕਿ ਸਾਨੂੰ ਚਾਹੀਦਾ ਕਿ ਉਹਨਾਂ ਨਾਲ ਮਿਲ ਕੇ ਜਿੰਨਾ ਵੀ ਆਪਣੇ ਧਰਮ ਦਾ ਪ੍ਰਚਾਰ, ਆਪਣੀ ਲੈਂਗੁਏਜ ਦਾ ਪ੍ਰਚਾਰ, ਆਪਣੀ ਇਕਾਨਮੀ ਦਾ ਵਧਾ, ਆਪਣੇ ਲੋਕਾਂ ਨੂੰ ਅੱਗੇ ਪ੍ਰਮੋਟ ਕਰਨ ਵਾਸਤੇ ਮਿਲ ਕੇ ਕੰਮ ਕਰਨਾ ਪੈਣਾ। ਮਿਸ ਇਨਫੋਰਮੇਸ਼ਨ ਦੇ ਕੇ ਗਲਤ ਗਾਈਡ ਕਰਕੇ ਉਹਦੇ ਨਾਲ ਗੱਲ ਨਹੀਂ ਬਣਨੀ। ਤੇ ਕਿਉਂਕਿ ਛੋਟੀ ਕਮਿਊਨਿਟੀ ਸਾਡੀ ਰਹਿ ਗਈ ਹੈ, ਜਿਹੜੀ ਸਾਡੀ ਗੇਮ ਸੀ ਉਹ 47 'ਚ ਖਤਮ ਹੋ ਗਈ। ਉਹਦੇ ਬਾਰੇ ਆਪਾਂ ਆਉਣ ਵਾਲੇ ਸਮੇਂ 'ਚ ਅਸੀਂ ਤੁਸੀਂ ਪਲਾਨ ਕਰ। ਮੈਂ ਦੇਖਿਆ ਟਾਈਮ ਥੋੜਾ ਹੈ, ਪਰ ਮੈਨੂੰ ਇੱਕ ਹੀ ਦੱਸਿਓ, ਮੈਨੀਟੋਬਾ ਦੇ ਵਿੱਚ ਤੁਸੀਂ ਜਾਂ ਕੈਨੇਡਾ ਦੇ ਵਿੱਚ ਤੁਸੀਂ ਇਤਿਹਾਸ ਸਰਜ ਦਿੱਤਾ। ਆਪਣੇ ਕੋਲ ਮੈਂ ਦੇਖਿਆ 2-2.5 ਮਿੰਟ ਦਾ ਟਾਈਮ ਫਰੇਮ ਹੈ। ਫਿਰ ਤੁਸੀਂ ਬ੍ਰਿਟਿਸ਼ ਕੋਲੰਬੀਆ 'ਚ ਕਦੋਂ ਮੂਵ ਹੋਏ ਤੇ ਕਿਹੜੇ ਅਹੁਦਿਆਂ ਤੇ ਇਲੈਕਟਡ ਅਫੀਸ਼ੀਅਲ ਦੇ ਤੌਰ ਤੇ ਬਾਅਦ ਦੇ ਵਿੱਚ ਤੁਸੀਂ ਕੰਮ ਕੀਤਾ? ਦੇਖੋ, ਮੈਂ ਇੱਥੇ ਫੈਮਿਲੀ ਮੂਵ ਹੋ ਗਈ, ਮੈਨੂੰ ਕਹਿੰਦੇ ਇੱਥੇ ਆ ਜਾਓ, ਮੈਂ ਇੱਥੇ ਆ ਗਿਆ। ਕਿਹੜੇ ਸਾਲ 'ਚ? ਉਹ ਆ ਗਏ ਸੀ 1993 ਦੇ ਵਿੱਚ। ਅੱਛਾ ਜੀ। ਤੇ ਉਸ ਤੋਂ ਬਾਅਦ ਆ ਕੇ ਮੈਂ ਫਿਰ ਇੱਥੇ ਇਲੈਕਸ਼ਨ ਲੜੀ, ਫਿਰ ਮੈਂ ਕਾਮਯਾਬ ਹੋਇਆ। ਫਿਰ ਮੇਰੀ ਇਲੈਕਸ਼ਨ ਦੇ ਫਿਰ ਮੈਨੂੰ ਪਹਿਲਾ ਮਿਨਿਸਟਰ ਆਫ ਸਟੇਟ ਫਾਰ ਮੈਂਟਲ ਹੈਲਥ ਐਂਡ ਇਮੀਗ੍ਰੇਸ਼ਨ ਦਾ ਮੈਂ ਮੰਤਰੀ ਬਣਿਆ। ਮੈਂ ਥੋੜ੍ਹੀ ਦੇਰ ਕੰਮ ਹੀ ਕੀਤਾ। ਫਿਰ ਪਾਲ ਮਾਰਟਨ ਹੋਣਾ ਨੇ ਕਿਹਾ ਵੀ ਸਾਡੇ ਨਾਲ ਰਨ ਕਰ। ਮੈਂ ਤੇ ਕਦੀ ਪੋਲੀਟੀਕਲੀ ਆਪਣੇ ਬਾਰੇ ਕਦੀ ਸੋਚਿਆ ਨਹੀਂ ਵੀ ਮੈਂ ਏਡੀਆਂ ਵੱਡੀਆਂ ਪੋਜੀਸ਼ਨਾਂ ਇਸ ਟਾਈਮ ਦੇ ਵਿੱਚ, ਜਦੋਂ ਕਿ ਮੈਂ ਬੜੀ ਸਿਗਨੀਫੀਕੈਂਟ ਪੋਜੀਸ਼ਨ ਦੇ ਵਿੱਚ ਸੀ, ਮੈਂ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ। ਕੋਈ ਮੈਂ ਫੈਮਿਲੀ ਨੂੰ ਕੋਈ ਪ੍ਰਮੋਟ ਨਹੀਂ ਕੀਤਾ, ਕੋਈ ਮੈਂ ਰਿਸ਼ਤੇਦਾਰ ਨੂੰ ਪ੍ਰਮੋਟ ਨਹੀਂ ਕੀਤਾ। ਮੈਂ ਕੋਈ ਮੁੰਡਾ ਨਹੀਂ ਲਵਾਇਆ ਕਿਤੇ ਸਰਕਾਰੀ ਨੌਕਰੀ ਦੇ, ਮੈਂ ਚਾਚਾ ਭਤੀਜਾ ਵਾਦ ਨਹੀਂ ਕੀਤਾ। ਮੈਂ ਆਪਣਾ ਮੈਂ ਕਿਸੇ ਕਮਿਊਨਿਟੀ ਦੇ ਬਰਖਲਾਫ ਗੱਲ ਨਹੀਂ ਕੀਤੀ। ਮੈਂ ਓਨਾ ਹੀ ਮੈਂ ਆਪਣੀ ਰੂਟਸ ਦੀ ਰਿਸਪੈਕਟ ਕਰਨਾ ਜਿੰਨੀਆਂ ਬਾਕੀ ਨਹੀਂ ਕਰਨਾ। ਸੋ ਇਸ ਕਰਕੇ ਮੈਂ ਸਮਝਦਾ ਵੀ ਮੈਂ ਕਲੀਅਰਲੀ ਗੱਲ ਕਰ ਸਕਦਾ ਛਾਤੀ ਚੌੜੀ ਕਰਕੇ ਵੀ ਮੈਂ ਇਸ ਕੰਮ ਦੇ ਵਿੱਚ, ਮੈਂ ਤੇ ਮੇਰੀ ਫੈਮਿਲੀ, ਮੇਰੀ ਜਿਹੜੀ ਉਹਨਾਂ ਦੀ ਸਪੋਰਟ ਬੜੀ ਰਹੀ ਹੈ, ਐਕਸਟੈਂਡਡ ਫੈਮਿਲੀ ਦੀ ਸਪੋਰਟ ਰਹੀ ਹੈ, ਕਮਿਊਨਿਟੀ ਦੀ ਸਪੋਰਟ ਰਹੀ ਹੈ, ਵਿਨੀਪੈਗ ਕਮਿਊਨਿਟੀ ਦੀ ਸਪੋਰਟ ਰਹੀ ਹੈ। ਐਜੂਕੇਸ਼ਨ ਦੇ ਵਿੱਚ ਅਸੀਂ ਅੱਗੇ ਹਾਂ। ਮੈਂ ਆਪਣਾ ਕੰਮ ਕਰੀ ਜਾ ਰਿਹਾ। ਤੁਹਾਡੇ ਨਾਲ 2 ਸਾਲਾਂ ਤੋਂ ਕੰਮ ਕਰਨਾ ਪਿਆ, ਵਲੰਟੀਅਰ ਕੰਮ ਕਰਨਾ। ਪਰ ਜਿਹੜੀ ਪੋਜੀਸ਼ਨ ਜਿਹੜੀ ਹੈ ਨਾ ਪੋਲੀਟੀਕਲੀ, ਜਿਹੜਾ ਨਾ ਜੇ ਤੁਸੀਂ ਕਹੋ ਵੀ ਮੈਂ ਪੋਲੀਟਿਕਸ ਵਿੱਚ ਸਿਰਫ ਆਨ ਬਾਨ ਤੇ ਸ਼ਾਨ, ਉਹ ਨਹੀਂ ਗੱਲ ਬਣਦੀ। ਡਾਕਟਰ ਸਾਹਿਬ, ਇੱਕ ਹੋਰ ਵੀ ਬੀਤੇ ਸਮੇਂ 'ਚ ਪਿਛਲੇ ਸਾਲ ਦੀ ਗੱਲ ਹੈ, ਉਹ ਵੀ ਇੱਕ ਇਤਿਹਾਸ ਹੈ ਕਿ ਤੁਸੀਂ ਠੀਕ ਹੈ ਕਿ ਉੱਥੋਂ ਚੋਣ ਜਿੱਤੇ, MLA ਬਣੇ, ਪਰ ਮੈਨੂੰ ਲੱਗਦਾ ਸ਼ਾਇਦ
ਪਹਿਲੇ ਪੰਜਾਬੀ ਐਮਐਲਏ ਹੋਵੋਗੇ ਜਿਨ੍ਹਾਂ ਦੇ ਨਾਮ ਦੇ ਉੱਤੇ ਉਸੇ ਸ਼ਹਿਰ ਦੇ ਵਿੱਚ ਇੱਕ ਸਟਰੀਟ ਦਾ ਨਾਮ ਰੱਖਿਆ ਗਿਆ। ਕਿਵੇਂ ਮਹਿਸੂਸ ਹੋਇਆ ਸੀ? ਉਹ ਸਾਰਾ ਉਹ ਲੋਕਾਂ ਦੀ ਮਿਹਰਬਾਨੀ ਹੈ, ਵਿਨੀਪੈਗ ਦੇ ਲੋਕਾਂ ਦੀ, ਮੈਨੀਟੋਬਾ ਦੀ, ਜਿਹੜੀਆਂ ਨਾ ਸਾਰੀਆਂ ਪੋਲੀਟੀਕਲ ਪਾਰਟੀਆਂ ਦੀ ਮਿਹਰਬਾਨੀ ਹੈ, ਉਹ ਜਿਹੜੇ ਸਾਡੇ ਕਾਉਂਸਲਰ ਨੇ ਉਹਨਾਂ ਦੀ ਮਿਹਰਬਾਨੀ ਹੈ, ਲੋਕਾਂ ਦੀ ਸੋਚ ਹੈ। ਉਹਨਾਂ ਨੇ ਮੈਂ ਕਿਹਾ ਵੀ ਤੁਸੀਂ ਜਿਉਂਦੇ ਜਾਗਦੇ, ਕਹਿੰਦੇ ਨਹੀਂ ਹੁਣੇ ਕੰਮ ਕਰਨਾ ਪੈਣਾ, ਬਾਅਦ 'ਚ ਇਹ ਨਹੀਂ ਪਤਾ ਲੱਗਦਾ ਵੀ ਤੁਹਾਡੀ ਕਮਿਊਨਿਟੀ ਦਾ ਕਿਹੜਾ ਬੰਦਾ ਲੱਤ ਕਿਤੋਂ ਖਿੱਚਦੇ। ਕਿਉਂਕਿ ਕਿਵੇਂ ਲੱਗਿਆ ਸੀ ਡਾਕਟਰ ਸਾਹਿਬ? ਮੈਂ ਦੇਖਿਆ ਤੁਸੀਂ ਉੱਥੇ ਗਏ ਸੀ ਇਨੌਗਰੇਸ਼ਨ। ਮੈਨੂੰ ਉੱਥੇ ਮੈਂ ਮੇਰੀ ਮਿਸਿਸ ਅਸੀਂ ਦੋਨੋਂ ਗਏ ਸੀ, ਮੇਰੀ ਵਾਈਫ ਗਈ ਸੀ ਉੱਥੇ ਮੇਰੇ ਨਾਲ, ਬੜਾ ਚੰਗਾ ਲੱਗਾ। ਬਹੁਤ ਨਹੀਂ ਜਾ ਸਕੇ। ਮੇਰੀ ਜਿਹੜੀ ਕਾਮਯਾਬੀ ਵਿੱਚ ਹਜ਼ਾਰਾਂ ਲੋਕਾਂ ਦਾ ਜਿਹੜੀ ਕੰਟਰੀਬਿਊਸ਼ਨ ਹੈ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਸਾਰਿਆਂ ਨੂੰ, ਫਿਰ ਅਖੀਰ ਦੇ ਵਿੱਚ ਮੈਂ ਅਸਲੀ ਗੱਲ ਕਰਨੀ ਚਾਹੁੰਦਾ। ਇੱਕ ਅਖੀਰ ਜਿਹੜੀ ਇਲੈਕਸ਼ਨ ਦੀ ਸਪੋਰਟ ਸੀ, ਐਵਰੇਜ ਬੰਦੇ ਦੀ ਸਪੋਰਟ ਸੀ। ਮੈਨੂੰ ਕਿਸੇ ਧਨਾੜ ਆਦਮੀ ਨੇ ਸਪੋਰਟ ਨਹੀਂ ਕੀਤੀ, ਮੈਨੂੰ ਕਿਸੇ ਪ੍ਰੋਫੈਸ਼ਨਲ ਬੰਦਿਆਂ ਨੇ ਮੇਰੀ ਹੈਲਪ ਨਹੀਂ ਕੀਤੀ ਉੱਥੇ। ਮੇਰੀ ਜਿਹੜੀ ਸਪੋਰਟ ਸੀ ਆਪਣੀ ਜਿਹੜੀ ਆਮ ਬੰਦਾ ਸੀ, ਜਿਹੜਾ ਮਿਲਣਾ ਉੱਥੇ ਕੰਮ ਕਰਦੇ ਸੀ, ਆਪਣੇ ਐਵਰੇਜ ਵਰਕਰ ਨੇ ਜੀ। ਤੇ ਇਸ ਕਰਕੇ ਮੈਂ ਤੇ ਆਪਣੇ ਲੋਕਾਂ ਲਈ ਕੰਮ ਹੀ ਕਰਨਾ, ਤੇ ਪਰ ਨਾਲ ਇਹ ਵੀ ਹੈਗਾ ਕਿ ਮੇਰੀ ਉੱਥੇ ਜਿਹੜੀ ਹੈ ਨਾ ਐਵਰੀ ਪਾਰਟ ਆਫ ਜਿਹੜਾ ਨਾ ਸਾਡੀ ਬੀਇੰਗ ਅਸੀਂ ਚਾਹੁੰਦੇ ਹਾਂ ਸਰਵਿਸ ਕਰੀਏ। ਪਰ ਇਹ ਪੋਲੀਟਿਕਸ ਜਿਹੜੀ ਹੈ ਨਾ, ਜਿਹੜੀ ਪੋਲੀਟਿਕਸ ਜਿਹੜੀ ਹੋਰ ਤਰ੍ਹਾਂ ਦੀ, ਉਹ ਮੈਂ ਨਹੀਂ ਕੰਮ ਕਰ ਸਕਦਾ। ਇਸੇ ਕਰਕੇ ਮੈਨੂੰ ਬੜੀ ਖੁਸ਼ੀ ਹੋਈ। ਕਲੀਨ ਤੇ ਕਲੀਅਰ ਜਿਹਾ ਕੰਮ ਕਰਦਾ ਆਪਾਂ ਉਹੀ ਕੰਮ ਸਰਵਿਸ ਕਰਨੀ ਹੈ। ਮੇਰੇ ਵਾਸਤੇ ਤਾਂ ਕੋਈ ਵੱਡੀ ਗੱਲ ਨਹੀਂ, ਤੇ ਮੇਰੀ ਕੋਈ ਏਡੀ ਵੱਡੀ ਪੋਲੀਟੀਕਲ ਫਿਲਾਸਫੀ ਨਹੀਂ ਹੈਗੀ ਵੀ ਮੈਂ ਕਿਸੇ ਪੋਲੀਟੀਕਲ ਪਾਰਟੀ 'ਚ ਫਿੱਟ ਨਹੀਂ ਹੋ ਸਕਦਾ। ਜੇ ਤੁਸੀਂ ਚੰਗਾ ਕੰਮ ਕਰਨਾ ਕਿਸੇ ਪੋਲੀਟੀਕਲ ਪਾਰਟੀ 'ਚ ਵੀ ਕਰ ਸਕਦੇ ਹੋ। ਸਾਡੇ ਬੰਦੇ ਹੁਣ ਹਰ ਪੋਲੀਟੀਕਲ ਪਾਰਟੀ ਵਿੱਚ ਨੇ। ਇੰਨੀ ਖੁਸ਼ੀ ਹੁੰਦੀ ਦੇਖ ਕੇ ਵੀ ਦੇ ਆਰ ਡੂਇੰਗ, ਸਾਰੇ ਪਾਸੇ ਐਕਟਿਵ ਨੇ। ਜੇ ਆਪਾਂ ਕਹੇ ਵੀ ਆਹ ਠੀਕ ਨਹੀਂ, ਉਹ ਠੀਕ ਨਹੀਂ, ਉਹਨਾਂ ਦੇ ਹਿਸਾਬ ਨਾਲ ਉਸ ਟਾਈਮ ਦੇ ਵਿੱਚ ਉਹੀ ਠੀਕ ਨੇ। ਸਾਨੂੰ ਉਹਨਾਂ 'ਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ। ਪ੍ਰਮੋਟ ਕਰੀਏ ਤੇ ਇੰਡੀਆ ਨੂੰ ਗਾਲਾਂ ਕੱਢਣੀਆਂ ਜਿਹੜੀਆਂ ਨਾ ਸਾਨੂੰ ਬੰਦ ਕਰਨੀਆਂ ਪੈਣੀਆਂ। ਕ੍ਰਿਟਿਸਾਈਜ਼ ਨਾ ਕਰੀਏ। ਆਪਾਂ ਜਿਹੜਾ 47 ਦੀ ਜਿਹੜੀ ਪਾਰਟੀਸ਼ਨ ਦਾ ਕੰਮ ਹੈ, ਉਹਦੇ ਵਿੱਚ ਜਿਹੜੇ ਕਲਪਰੇਟ ਸਨ ਹੋਰ ਸਨ, ਜਿਨ੍ਹਾਂ ਨੇ 84 ਦੇ ਵਿੱਚ ਸਾਡੀ ਕਮਿਊਨਿਟੀ 'ਤੇ ਧਾਵਾ ਕੀਤਾ, ਜਿਨ੍ਹਾਂ ਨੇ ਸਾਡੇ ਨੂੰ ਨੁਕਸਾਨ ਕੀਤਾ, ਸਾਡੀ ਬੈਕ 'ਤੇ ਤੇ ਸਾਡੀ ਫਰੰਟ 'ਤੇ ਉਹਨਾਂ ਨੇ ਸਾਨੂੰ ਸਟੈਬ ਕੀਤਾ। ਉਹਨੂੰ ਭੁੱਲਣ ਦੀ ਕੋਈ ਜ਼ਰੂਰਤ ਨਹੀਂ, ਪਰ ਉਸ ਤੋਂ ਸਿੱਖ ਕੇ ਤੇ ਵੇਖਣਾ ਚਾਹੀਦਾ ਕਿ ਅਸੀਂ ਅੱਗੇ ਕਿਸ ਤਰ੍ਹਾਂ ਚੱਲਣਾ। ਜਿਹੜੀ ਪ੍ਰੈਜ਼ੈਂਟ ਜਿਹੜੀ ਮੌਜੂਦਾ ਸਰਕਾਰ ਹੈ, ਇੰਡੀਆ ਗਵਰਨਮੈਂਟ ਜਿਹੜੀ, ਉਹ ਬਿਲਕੁਲ ਉਸ ਚੀਜ਼ ਨੂੰ ਹੈਂਡਲ ਕਰਦੀ ਪਈ ਪ੍ਰੋਪਰਲੀ। ਜਿਹੜਾ ਦਿੱਲੀ ਵਿੱਚ ਆਪਣੇ ਜਿਹੜੇ ਬੈਠੇ ਨੇ ਸਾਰੇ ਲੋਕ, ਉਹ ਬੜੇ ਸੋਹਣੇ ਤਰੀਕੇ ਨਾਲ ਉਹਨਾਂ ਨਾਲ ਕੰਮ ਕਰਦੇ। ਮੈਂ ਕਿਸੇ ਨੂੰ ਪਰਸਨਲੀ ਨਹੀਂ ਜਾਣਦਾ, ਪਰ ਮੈਂ ਉਹਨਾਂ ਦੇ ਕੰਮ ਦੇਖਦਾ ਪਿਆ। 400 ਸਾਲਾ ਸਾਲਗਿਰਾ ਤੁਸੀਂ ਦੇਖੀਏ ਜੀ। ਤੁਸੀਂ ਦੇਖੋ ਤਾਂ ਬਈ ਕਿੰਨਾ ਸਾਡੇ ਧਰਮ ਦਾ ਪ੍ਰਚਾਰ ਹੋਇਆ, ਸਾਨੂੰ ਕਿੰਨਾ ਅੱਗੇ ਕੀਤਾ। ਸੋ ਜੇ ਆਪਾਂ ਨੂੰ ਕੋਰੀਡੋਰ ਸਾਨੂੰ ਮਿਲ ਗਿਆ, ਸਾਨੂੰ ਜਿਹੜੀਆਂ ਸਾਡੀਆਂ ਅਰਦਾਸਾਂ ਹੀ ਪੂਰੀਆਂ ਹੋ ਰਹੀਆਂ, ਤੇ ਤੁਹਾਨੂੰ ਹਰ ਚੀਜ਼ ਤੇ ਨਹੀਂ ਮਿਲਣੀ ਜੀ। ਤੇ ਸਾਨੂੰ ਚਾਹੀਦਾ ਉਹਨਾਂ ਨਾਲ ਕੰਮ ਕਰੀਏ, ਇੱਥੇ ਵੀ ਆਪਾਂ ਕੰਮ ਕਰੀਏ। ਕਮਿਊਨਿਟੀ ਵੱਡੀ ਹੈ, ਸਾਨੂੰ ਕਰਨਾ ਚਾਹੀਦਾ। ਪਰ ਮੈਂ ਸਾਰਿਆਂ ਨੂੰ ਅੱਜ ਦੇ 26 ਅਪ੍ਰੈਲ ਵਾਲੇ ਦੀ ਮੈਂ ਸਾਰਿਆਂ ਨੂੰ ਮੈਂ ਉਹਨਾਂ ਦਾ ਧੰਨਵਾਦ ਕਰਨਾ, ਤੇ ਆਪਣੀ ਫੈਮਿਲੀ ਦਾ ਤੇ ਆਪਣੇ ਐਕਸਟੈਂਡਡ ਫੈਮਿਲੀ ਦਾ, ਦੋਨਾਂ ਸਾਈਡਾਂ ਤੋਂ। ਮੇਰੇ ਇਨਲਾਜ਼ ਨੇ ਵੀ ਬੜੀ ਹੈਲਪ ਕੀਤੀ, ਮੇਰੀ ਸਾਈਡ ਤੋਂ ਵੀ ਹੈਲਪ ਕੀਤੀ। ਇਸ ਤੋਂ ਇਲਾਵਾ ਜਿਹੜੇ ਨਾ ਮੇਰੇ ਬੱਚੇ ਦੇਖੋ ਤਾਂ, ਕੋਈ ਇੱਕ 5 ਸਾਲ ਦਾ ਸੀ, ਇੱਕ 3 ਸਾਲ ਦੀ ਮੇਰੀ ਬੇਟੀ ਸੀ। ਉਹਨਾਂ ਦੀ ਕਿੰਨਾ ਅਸਰ ਪਿਆ ਉਹਨਾਂ ਦੇ ਉਸ ਟਾਈਮ ਦੇ ਵਿੱਚ। ਇੱਕ ਹੈਗਾ ਵੀ ਤੁਸੀਂ ਚੰਗੇ ਭਲੇ ਖਾਣ ਪੀਣ ਦੇ ਤੁਸੀਂ ਵੀ ਕਮ ਫਰਮ, ਅਸੀਂ ਸਾਰੇ ਚੰਗੀਆਂ ਫੈਮਿਲੀ ਤੋਂ ਆਏ ਹਾਂ। ਕਲਚਰ ਹੈਗਾ ਸਾਡੇ ਵਿੱਚ, ਸਾਡੇ ਕੋਲ ਸਟਰੈਂਥ ਹੈਗੀ ਹੈ ਸਾਰਿਆਂ ਕੋਲ, ਜਿੰਨੇ ਤੁਸੀਂ ਹੋ ਸਾਰੇ ਕੋਈ ਵੇਖ ਸਕਦੇ ਹੋ। ਹੁਣ ਦਵਿੰਦਰ ਬੈਣੀਪਾਲ ਕਿਸੇ ਨਾਲ ਘੱਟ ਹੈ। ਜੇ ਤੁਸੀਂ ਸਮਝੋ ਕਿ ਆਪਾਂ ਆਪਣੀ ਜਿਹੜੀਆਂ ਨਾ ਲੋਕਾਂ ਨੂੰ ਕ੍ਰਿਟਿਸਾਈਜ਼ ਕਰਦੇ ਆਪਣੀ ਇੰਪੋਰਟੈਂਸ ਘਟਾ ਦੇਣੀ, ਆਪਣੀ ਲਕੀਰ ਵੱਡੀ ਕਰੀਏ, ਆਪਣੀ ਇੰਨੀ ਆਪਾਂ ਛੋਟੀ ਹੋ ਜਾਣੀ ਆਪਣੀ ਵੱਡੀ। ਡਾਕਟਰ ਸਾਹਿਬ ਮੈਂ ਵੇਖ ਰਿਹਾ ਕਿ ਸਮਾਂ ਓਵਰ ਹੋ ਗਿਆ, ਸਗੋਂ 2-3 ਮਿੰਟ, ਪਰ ਅੱਜ ਦਿਨ ਖੁਸ਼ੀ ਦਾ ਸੀ, ਇਤਿਹਾਸਕ ਦਿਨ ਸੀ। ਇੱਕ ਵਾਰੀ ਫਿਰ ਸਾਡੀ ਸਮੁੱਚੀ ਟੀਮ ਦੇ ਵੱਲੋਂ ਤੁਹਾਡੇ ਇਸ ਕੀਰਤੀਮਾਨ ਦੇ ਉੱਤੇ ਜਿਹੜਾ ਤੁਸੀਂ ਰਿਕਾਰਡ ਸੈੱਟ ਕੀਤਾ ਸੀ, ਉਹਦੇ ਉੱਤੇ ਮੁਬਾਰਕਾਂ। ਫਿਰ ਕਿਸ ਦਿਨ ਖੁੱਲ੍ਹੀ ਗੱਲਬਾਤ ਕਰਾਂਗੇ। ਧੰਨਵਾਦ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਦੋਸਤੋ। ਇਹ ਸਨ ਡਾਕਟਰ ਗੁਲਜ਼ਾਰ ਚੀਮਾ। 26 ਅਪ੍ਰੈਲ ਦਾ ਇਤਿਹਾਸਕ ਦਿਨ ਹੈ ਇਹਨਾਂ ਦੀ ਜ਼ਿੰਦਗੀ ਵਿੱਚ ਤੇ ਪੰਜਾਬੀਆਂ ਦੀ ਜ਼ਿੰਦਗੀ ਵਿੱਚ, ਜਿਹੜੇ ਪੰਜਾਬ ਦੇ ਵਿੱਚ ਜੰਮੇ ਪਲੇ ਵੱਡੇ ਹੋਏ, ਉੱਥੋਂ ਤਾਲੀਮ ਹਾਸਲ ਕੀਤੀ ਤੇ ਕੈਨੇਡਾ ਦੇ ਵਿੱਚ ਆ ਕੇ ਵੱਡੀਆਂ ਪ੍ਰਾਪਤੀਆਂ ਕੀਤੀਆਂ। ਸੋ ਡਾਕਟਰ ਚੀਮਾ ਸਾਹਿਬ ਨੂੰ, ਉਹਨਾਂ ਦੇ ਪਰਿਵਾਰ ਨੂੰ ਤੇ ਇਹਨਾਂ ਦੇ ਵੋਟਰਾਂ ਸਪੋਰਟਰਾਂ ਨੂੰ ਵੀ, ਜਿਨ੍ਹਾਂ ਨੇ ਅੱਜ ਦੇ ਦਿਨ ਉਚੇਚੇ ਤੌਰ ਤੇ ਇਤਿਹਾਸ 1988 ਵਿੱਚ ਰਚ ਦਿੱਤਾ ਸੀ। ਸੱਚਮੁੱਚ ਇਤਿਹਾਸਕ ਦਿਨ ਦੇ ਉੱਤੇ ਗੱਲਬਾਤ ਕਰਕੇ ਚੰਗਾ ਲੱਗਿਆ। ਤੁਹਾਨੂੰ ਆਪਣੇ ਇੱਕ ਭਰਾ, ਇੱਕ ਪੰਜਾਬੀ ਦੀ ਪ੍ਰਾਪਤੀ ਦੇ ਉੱਤੇ ਇਹ ਸਭ ਕੁਝ ਕਿਵੇਂ ਮਹਿਸੂਸ ਹੋਇਆ, ਕਮੈਂਟ ਬਾਕਸ ਦੇ ਵਿੱਚ ਲਿਖਿਓ ਜ਼ਰੂਰ, ਸਾਨੂੰ ਉਡੀਕ ਰਹੇਗੀ। ਸਮਾਂ ਸਮਾਪਤ ਹੈ, ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ। ਤੁਸੀਂ ਦੇਖਦੇ ਰਹੋ ਸਾਂਝਾ ਟੀਵੀ।